रिकॉर्डिंग भी ऑन करते थे। हाँ जी, रिकॉर्डिंग शुरू हो गई है तो मैं शुरू करने लगा है जी। 5 मिनट हो गए ने। हाँ जी, पिछली वारी असी इथों खत्म किया सी उसी बंद 308 ते अज असी 309 तो शुरू करना है। वो बंद शुरू हुंदा सी, घर आड नान ने गल कीती, भाभी एक नवा जोगी आया नहीं। इस बंद उत्ते असी खत्म की सी। हुण अज 309 तो शुरू असी हो रहे हैं। मुट्ठी मुट्ठी ये गल ना करो भैणा, मैं तो सुनदिया ही मर गई जे नहीं। तुसा ए जदोकनी गल कीती, तुसा ए जदोकनी गल तोरी, खली तली ही मैं लै गई जे नहीं। गए टुट सजना ते अकड़ डुबी, मेरे दुख कलेजड़े पई जे नहीं। किंकू ਕੰਨ ਪੜਾਏ ਕੇ ਜਿਉਂਦਾ ਏ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ। ਰੋਵਾਂ ਜਦੋਂ ਸੁਣਿਆ ਉਸ ਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ। ਮੱਸੋ ਭਿਓ ਦਾ ਨਾਂ ਜਦ ਲੈਂਦੀਆਂ ਹੋ, ਜਿੰਦ ਸੁਣਦਿਆਂ ਹੀ ਲੁੜ ਗਈ ਜੇ ਨੀ। ਕਿਵੇਂ ਦੇਖੀਏ ਉਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਜਣਾ ਵਿੱਚ ਪਿਓ ਪਈ ਹੈ ਨੀ। ਵੇਖਾਂ ਕਿਹੜੇ ਦੇਸ ਦਾ ਇਹ ਜੋਗੀ, ਉਸ ਤੋਂ ਕਿਉਂ ਕੌਣ ਪਿਆਰੀ ਰੁੱਸ ਗਈ ਜੇ ਨੀ। ਇੱਕ ਪੋਸਤ ਦਤੂਰੜਾ ਭੰਗ ਪੀ ਕੇ, ਮੌਤ ਉਸ ਨੇ ਮੁੱਲ ਕਿਉਂ ਲਈ ਜੇ ਨੀ। ਜਿਸ ਦਾ ਮਾਂ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਉਸ ਦੀ ਸਹੀ ਜੇ ਨੀ। ਭਾਵੇਂ ਭੁੱਖੜਾ ਰਾਹ ਵਿੱਚ ਰਹੇ ਢੱਠਾ, ਕਿਸੇ ਖਬਰ ਨਾ ਉਸ ਦੀ ਲਈ ਜੇ ਨੀ। ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ, ਮੈਂ ਤਾਂ ਨਿਗੜਾ ਬੋੜ ਹੋ ਗਈ ਜੇ ਨੀ। ਨਹੀਂ ਰੱਬ ਦੇ ਗਜ਼ਬ ਥੀ ਲੋਕ ਡਰਦੇ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ। ਜਿਸ ਦਾ ਚੰਨ ਪੁੱਤਰ ਸੁਆਹ ਲਾ ਬੈਠਾ, ਦਿੱਤਾ ਰੱਬ ਦਾ ਮਾਂ ਸਹਿ ਗਈ ਜੇ ਨੀ। ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਡੜੀ ਚੌੜ ਹੋ ਗਈ ਜੇ ਨੀ। ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖਲਕ ਮਗਰ ਕਿਉਂ ਉਸ ਦੇ ਪਈ ਜੇ ਨੀ। ਇਹਦੇ ਵਿੱਚ ਤੁਸੀਂ ਜਿਹੜੀ ਦੇਖੋਗੇ ਕਿ ਜਿਹੜੀ ਵਾਰਿਸ ਸ਼ਾਹ ਜਿਹੜੀ ਗੱਲ ਬੇਸਿਕਲੀ ਹੀਰ ਦੇ ਮੂੰਹੋਂ ਕਹਾ ਰਿਹਾ ਹੈ, ਉਹਦਾ ਅਗਰ ਤੁਸੀਂ ਤੱਤ ਕੱਢੋ ਤੇ ਉਹ ਇਹ ਹੈਗਾ ਕਿ ਜਿਹੜਾ ਜੋਗ ਹੈ, ਜੋਗ ਲੈਣਾ ਜਿਹੜਾ ਹੈ ਉਹ ਕਿੰਨਾ ਵੱਡਾ ਔਰ ਕਿੰਨਾ ਮੁਸ਼ਕਲ ਕੰਮ ਹੈ। ਔਰ ਯੋਗ ਦੇ ਨਾਲ ਲੈ ਕੇ ਤੁਸੀਂ ਬੇਸਿਕਲੀ ਆਪਣੇ ਜਿਉਂਦਿਆਂ ਹੀ ਆਪਣੇ ਮਰਨ ਦਾ ਐਲਾਨ ਕਰ ਦਿੰਦੇ ਹੋ। ਅੱਛਾ, ਹੁਣ ਮੈਂ ਤੁਹਾਨੂੰ ਇਹਨੂੰ ਵਾਰਿਸ ਸ਼ਾਹ ਜਿਹੜਾ ਹੈ ਉਹ ਕਈਆਂ ਪੱਖਾਂ ਤੋਂ ਚੀਜ਼ਾਂ ਨੂੰ ਵੇਖਦਾ ਹੈ। ਤੇ ਪਹਿਲੇ ਜਦੋਂ ਸ਼ੁਰੂ ਹੋ ਗਿਆ ਸੀਗਾ ਰਾਂਝਾ ਜੋਗੀ ਹੋਣ, ਤੇ ਉੱਥੇ ਇਹ ਬੰਦ ਆਇਆ ਸੀ। ਤੁਸੀਂ ਇਹ ਦੇਖੋ ਕਿ ਜਿਹਦੇ ਵਿੱਚ ਇਹ ਲੱਗਦਾ ਹੈ ਕਿ ਜੋਗੀ ਬਣਨਾ ਤੇ ਬੜਾ ਹੀ ਸੌਖਾ ਕੰਮ ਹੈ, ਔਰ ਜੋਗੀ ਬਣਨਾ ਤੇ ਬਸ ਐਵੇਂ ਠੱਗੀ ਮਾਰਨੀ ਹੈ। ਇਹ ਸੁਣੋ, ਤੁਹਾਨੂੰ ਯਾਦ ਹੋਏਗਾ ਇਹ ਬੰਦ। ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ, ਆਓ ਕਿਸੇ ਫਕੀਰ ਜੇ ਹੋਵਣਾ ਜੇ। ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੁਝ ਚਾਰਨਾ ਤੇ ਨਹੀਂ ਚੋਵਣਾ ਜੇ। ਜ਼ਰਾ ਕੰਨ ਪੜਵਾ ਕੇ ਸੁਆਹ ਮਲਣੀ, ਗੁਰੂ ਸਾਰੇ ਹੀ ਜਗ ਦਾ ਹੋਵਣਾ ਜੇ। ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ, ਬਾਦਸ਼ਾਹ ਫਿਰ ਮੁਫਤ ਦਾ ਹੋਵਣਾ ਜੇ। ਨਹੀਂ ਦੇਣੀ ਵਧਾਈ ਕਿਸੇ ਜੰਮਣੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ। ਮੰਗ ਖਾਵਣਾ ਅਤੇ ਮਸੀਤ ਸੌਣਾ, ਨਾ ਕੁਝ ਦੇਵਣਾ ਤੇ ਨਾ ਕੁਝ ਲੈਵਣਾ ਜੇ।
नाले मंगना ते नाले घूरना ही, देनदार ना किसी का होवना जे, खुशी अपनी उठना मियाँ वारस, ਅਤੇ ਆਪਣੀ ਨੀਂਦ ਹੀ ਸੌਣਾ ਜੀ। ਇਹ ਹੁਣ ਤੁਸੀਂ ਬਣ ਦੇਖੋ, ਇਹ ਰਿਫਲੈਕਟ ਕਰਦਾ ਹੈ ਕਿ ਆਮ ਜਿਹੜੇ ਲੋਕ ਨੇ ਉਹ ਜੋਗੀ ਹੋਣ ਨੂੰ ਕੀ ਸਮਝਦੇ ਨੇ, ਜਾਂ ਆਮ ਲੋਕਾਂ ਵਿੱਚ ਜਿਹੜੇ ਕ੍ਰਿਟਿਕਸ ਨੇ ਇਸ ਯੋਗ ਦੇ, ਉਹ ਕਿਵੇਂ ਇਹਨੂੰ ਸਮਝਦੇ ਨੇ ਕਿ ਇਹ ਤੇ ਮੁਫਤ ਦੇ ਵਿੱਚ ਬਾਦਸ਼ਾਹੀ ਲੈਣ ਵਾਲੀ ਗੱਲ ਹੈ, ਜੋਗੀ ਹੋਣਾ ਤੇ ਬਹੁਤ ਹੀ ਸੌਖਾ ਕੰਮ ਹੈ, ਐਵੇਂ ਬਸ ਥੋੜੀ ਜੀ ਕੰਨ ਪੜਵਾਉਣੇ ਨੇ ਤੇ ਥੋੜੀ ਜੀ ਸਵਾਹ ਮਲਣੀ ਹੈ ਤੇ ਤੁਸੀਂ ਸਾਰੇ ਜਗ ਦਾ ਗੁਰੂ ਹੋ ਜਾਣਾ। ਇਹ ਤੁਸੀਂ ਇਹ ਬਾਦਸ਼ਾਹ ਨੇ ਪਹਿਲੇ ਲੋਕਾਂ ਦੇ ਪੱਖ ਤੋਂ ਦਿਖਾਈ ਸੀ। ਹੁਣ ਇੱਥੇ ਇਸ ਮਨ ਦੇ ਵਿੱਚ ਵਾਰਿਸ ਸ਼ਾਹ ਜਿਹੜਾ ਹੈ ਉਹ ਬਿਲਕੁਲ ਪਰਸਨਲ ਰੈਫਰੈਂਸ ਦੇ ਨਾਲ ਯੋਗ ਹੋਣ ਦੇ ਫੈਸਲੇ ਨੂੰ ਕਰ ਰਿਹਾ ਹੈ ਕਿ ਜਿਹੜਾ ਪਰਸਨ ਹੁੰਦਾ ਹੈ, ਜਾਂ ਜਿਹੜੇ ਪਰਸਨ ਦੇ ਕਰੀਬ ਤਰੀਨ ਲੋਕ ਹੁੰਦੇ ਨੇ, ਉਹਦੀ ਮਾਂ ਹੈ, ਉਹਦਾ ਪਿਓ ਹੈ, ਉਹਦੀ ਭੈਣਾਂ ਭਰਾ ਨੇ, ਉਹਦੀ ਬੀਵੀ ਹੈ, ਉਹਦੀ ਮਾਸ਼ੂਕ ਹੈ, ਉਹਨਾਂ ਲਈ ਕਿਸੇ ਬੰਦੇ ਦਾ ਜੋਗੀ ਹੋ ਜਾਣਾ ਕਿੱਡੀ ਵੱਡੀ ਟ੍ਰੈਜਡੀ ਹੈ, ਇੱਕ ਜ਼ਿੰਦਗੀ ਦੀ ਬੇਸਿਕ ਟ੍ਰੈਜਡੀ ਹੈ। ਇਸ ਮਨ ਦੇ ਵਿੱਚ ਮਤਲਬ ਇਹ ਹੈ ਕਿ ਵਾਰਿਸ ਸ਼ਾਹ ਯੋਗ ਦੀ ਜਿਹੜੀ ਬੇਸਿਕ ਜਿਹੜੀ ਔਖਤ ਹੈ ਉਹਨੂੰ ਦੱਸ ਰਿਹਾ, ਔਰ ਕਿਵੇਂ ਬੰਦਾ ਜਿਉਂਦਿਆਂ ਹੀ ਮਰ ਜਾਂਦਾ ਹੈ। ਮੁੱਠੀ ਮੁੱਠੀ ਇਹ ਗੱਲ ਨਾ ਕਰੋ ਭੈਣਾ, ਇਹਨੂੰ ਦੋ ਤਰ੍ਹਾਂ ਪੜਿਆ ਜਾ ਸਕਦਾ। ਮੁੱਠੀ ਮੁੱਠੀ, ਮੈਂ ਮੁੱਠੀ ਗਈ, यानी मैं मर गई, या मतलब मैं बिल्कुल ही आई हैव बिन चीटेड वगैरह वगैरह। ये गल ना करो भैणा, मैं तो सुनदियां ही मर गई जानी, मैं तो ਜਦੋਂ ਦਾ ਸੁਣਿਆ ਹੈ ਉਸ ਦੇ ਰਾਂਝੇ ਉਹਦੇ ਜੋਗੀ ਦੇ ਹੋਣ ਨੂੰ, ਮੈਂ ਤਾਂ ਉਦੋਂ ਹੀ ਮਰ ਗਈ ਹਾਂ। ਤੁਸਾਂ ਇਹ ਜਦੋਕਣੀ ਗੱਲ ਤੋਰੀ, ਜਦੋਕਣੀ ਦਾ ਮਤਲਬ ਜਦੋਂ ਦੀ, ਉਤੋਂ ਮਿਲਾ ਕੇ ਜਦੋਕਣੀ ਬਣਿਆ। ਤੁਸਾਂ ਇਹ ਜਦੋਕਣੀ ਗੱਲ ਤੋਰੀ, ਤੋਰੀ ਦਾ ਮਤਲਬ ਸ਼ੁਰੂ ਕੀਤੀ। ਖਲੀ ਤਲੀ ਹੀ ਮੈਂ ਲੈ ਗਈ ਜੇਨੀ, ਤੇ ਮੈਂ ਖਲੀ ਤਲੀ ਦਾ ਮਤਲਬ ਇਹ ਹੋਇਆ ਨਾ, ਖਲੀ ਤਲੀ ਇਹਦਾ ਮਤਲਬ ਹੈ ਕਿ ਮੈਂ ਬੇਬਸ ਹੋ ਗਈ ਹਾਂ, ਮੈਨੂੰ ਲੱਗਾ ਕਿ ਮੇਰੇ ਹੱਥੋਂ ਸਭ ਕੁਝ ਨਿਕਲ ਗਿਆ ਹੈ। ਗਏ ਟੁੱਟ ਸਦਰਾਂ, ਗਏ ਟੁੱਟ ਸਦਰਾਨ, यानी सदरां का मतलब है ताकत, पावर, सारी ताकत मुक गई है ते अकल डुबी, ये तो साफ ही है। मेरी दुख कलेजे पई जी नहीं, ते मेरे कलेजे दे विच अग लग गई है। चीकू पन कन पड़ाए के जींदा है, गल्लां सुनदियां ही जिंद गई जी। मैं ਜਦੋਂ ਦਾ ਮੈਨੂੰ ਸਮਝ ਨਹੀਂ ਆਉਂਦੀ, ਮੇਰੀ ਜਿਹੜੀ ਹੈ ਉਹ ਜਾਨ ਚਲੀ ਗਈ ਹੈ ਸੁਣ ਕੇ ਕਿ ਉਹਨੇ ਕੰਨ ਪੜਾ ਕੇ, ਯਾਨੀ ਰਾਂਝਾ ਜਿਹੜਾ ਉਹ ਕੰਨ ਪੜਾ ਕੇ ਕਿਵੇਂ ਜਿਉਂਦਾ ਹੈ, ਕਿਉਂਕਿ ਕੰਨ ਪੜਾ ਕੇ ਜਿਉਣਾ ਤੇ ਜਿਹੜਾ ਬਿਲਕੁਲ ਹੀ ਹੋਰ ਰੰਗ ਦਾ ਹੈ, ਹੋਰ ਉਹਦੀਆਂ ਉੱਤੇ ਹੈ। ਰੋਵਾਂ ਜਦੋਂ ਸੁਣਿਆ ਉਸ ਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜਨੀ। ਮੁੱਠੀ ਮੀਟ ਕੇ ਬਹਿ ਜਾਣਾ ਹੁੰਦਾ ਕਿਸੇ ਚੀਜ਼ ਦਾ ਬਹੁਤ ਹੀ ਸ਼ਾਕ ਹੋਣਾ, ਤੇ ਜਦੋਂ ਦਾ ਵੀ ਮੈਂ ਸੁਣਿਆ ਉਹਦੇ ਦੁਖੜੇ ਨੂੰ, ਤੇ ਮੈਂ ਤੇ ਸ਼ਾਕ ਵਿੱਚ ਹੀ ਬਹਿ ਗਈ ਹਾਂ। ਆਈ ਐਮ ਇਨ ਸ਼ਾਕ। ਮੱਸੋ ਭਿਓ ਦਾ ਨਾਂ ਜਦੋਂ ਲੈਂਦੀ ਹੋ, ਮੱਸੋ ਭਿਓ ਦਾ ਮਤਲਬ ਹੈ, ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਕਈ ਕੁਛ ਕੀਤੇ ਨੇ ਕਰਨ में, ਲੇਕਿਨ ਮੇਰੇ ਖਿਆਲ ਚ ਦਾ ਮਤਲਬ ਹੈ ਜਿਹਦੀਆਂ ਮੁੱਛਾਂ ਫੁੱਟ ਰਹੀਆਂ ਹੁੰਦੀਆਂ ਨੇ ਉਹਨੂੰ ਮਿੱਸੋ ਭਿੰਨਾ ਕਹਿੰਦੇ ਨੇ। ਮੱਸੋ ਭਿਓ ਦਾ ਨਾਂ ਜਦ ਲੈਂਦੀਆਂ ਹੋ, ਜਿੰਦ ਸੁਣਦਿਆਂ ਹੀ ਲੁੜ ਗਈ ਜਾਨੀ। ਜਿੰਦ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਇਹ ਗੱਲ ਸੁਣਦਿਆਂ ਹੀ ਲੁੜ ਗਈ, ਮਤਲਬ ਵਹਿ ਗਈ,
ਜਿਵੇਂ ਜਿਵੇਂ ਕੋਈ ਚੀਜ਼ ਦਰਿਆ 'ਚ ਜਾਂ ਪਾਣੀ 'ਚ ਵਹਿ ਜਾਂਦੀ ਹੈ। ਕਿਵੇਂ ਦੇਖੀਏ ਉਸ ਮਸਤਾਨੜੇ ਨੂੰ ਜਿਸ ਦੀ ਤ੍ਰਿੰਜਣਾ ਵਿੱਚ ਪਿਓ ਪਈ ਦਾ ਮਤਲਬ ਮਸ਼ਹੂਰੀ ਹੈ ਜਿਹਦੀ, ਤੇ ਉਸ ਮਸਤਾਨੇ ਨੂੰ ਕਿਵੇਂ ਵੇਖੀਏ ਜਿਹਦੀ ਤ੍ਰਿੰਜਣਾ ਕੁੜੀਆਂ ਦੇ ਇਕੱਠਾਂ ਦੇ ਵਿੱਚ ਜਿਹੜੀ ਜਿਹਦੀ ਇੰਨੀ ਮਸ਼ਹੂਰੀ ਹੈ, ਉਹਨੂੰ ਕਿਵੇਂ ਵੇਖੀਏ। ਵੇਖਾਂ ਕਿਹੜੇ ਦੇਸ਼ ਦਾ ਇਹ ਜੋਗੀ, ਉਸ ਤੋਂ ਕੌਣ ਪਿਆਰੀ ਰੁੱਸ ਗਈ ਜੇ ਨੀ। ਇਹ ਤੇ ਸਾਫ਼ ਹੀ ਹੈ। ਇੱਕ ਪੋਸਤ ਦਤੂਰੜਾ ਭੰਗ ਪੀ ਕੇ, ਪੋਸਟ ਤੇ ਹੁੰਦਾ ਨਾ ਜਿਹੜਾ ਪਪੀਜ਼ ਹੁੰਦੇ ਨੇ, ਜਿਸ ਤੋਂ ਭੰਗ ਵੀ ਬਣਦੀ ਹੈ ਤੇ ਅਫੀਮ ਵੀ ਬਣਦੀ ਹੈ। ਇੱਕ ਪੋਸਟ, ਉਹ ਪਿੰਡਾਂ ਵਿੱਚ ਪੋਸਟ ਪੀਣ ਵਾਲੇ ਹੁੰਦੇ ਸਨ। ਆਮ ਤੌਰ ਦੇ ਉੱਤੇ ਜਦੋਂ ਨਜ਼ਲਾ ਜ਼ੁਕਾਮ ਹੋ ਜਾਂਦਾ ਸੀ ਨਾ ਸਾਨੂੰ, ਤੇ ਉਹ ਸਾਨੂੰ ਥੋੜਾ ਜਿਹਾ ਪੋਸਟ, ਚਾਹ ਪੋਸਟ ਵਾਲੀ ਜਿਹੜੀ ਹੈ ਨਾ ਉਹ ਪਿਆਈ ਜਾਂਦੀ ਸੀ, ਤੇ ਉਹ ਰਿਲੈਕਸਿੰਗ ਹੁੰਦੀ ਸੀ, ਇਹਦਾ ਮਤਲਬ ਹੈਗਾ। ਇੱਕ ਪੋਸਟ ਦਤੂਰੜਾ ਵੀ ਜਿਹੜਾ ਇੱਕ ਪਲਾਂਟ ਹੈ, ਆਮ ਤੌਰ ਤੇ ਬਹੁਤ ਕੌੜਾ ਸਮਝਿਆ ਜਾਂਦਾ ਹੈ, ਜ਼ਹਿਰ ਵਾਂਗੂ ਸਮਝਿਆ ਜਾਂਦਾ ਹੈ, ਤੇ ਉਹ ਪੀਂਦੇ ਨੇ। ਤੇ ਭੰਗ ਹੀ ਹੈ। ਇੱਕ ਪੋਸਟ ਧੁਰੜਾ ਭੰਗ ਪੀ ਕੇ, ਮੌਤ ਉਸ ਨੇ ਮੁੱਲ ਕਿਉਂ ਲਈ ਜੇ ਨੀ। ਭਾਵੇਂ ਭੁੱਖੜਾ ਰਾਹ ਵਿੱਚ ਰਹਿ ਡਿੱਠਾ ਨਹੀਂ, ਜਿਸ ਦਾ ਮਾਂ ਨਾ ਬਾਪ ਨਾ ਭੈਣ ਕੋਈ, ਕੌਣ ਕਰੇਗਾ ਉਸ ਦੀ ਸਹੀ ਦੇਣੀ। ਸਹੀ ਦਾ ਮਤਲਬ ਹੁੰਦਾ ਰਿਆਇਤ ਕਰਨਾ, ਕਿਸੇ ਦੀ ਸਾਈਡ ਲੈਣਾ। ਤੇ ਇਸ ਦਾ ਮਤਲਬ ਹੈ ਕਿ ਉਹ ਜਿਹਦਾ ਹੁਣ ਨਾ ਕੋਈ ਮਾਂ ਹੈ, ਨਾ ਕੋਈ ਪਿਓ ਹੈ, ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਉਹਦੀ ਤਰਫਦਾਰੀ ਕੌਣ ਕਰੇਗਾ। ਮਤਲਬ ਇਹ ਜਿਹੜਾ ਜੋਗ ਬਣਨਾ ਹੈ, ਜੋਗੀ ਹੋਣਾ ਹੈ, ਇਹਦਾ ਮਤਲਬ ਹੈ ਉਹਦੇ ਵਿੱਚ ਇਹ ਸਾਰੇ ਰਿਸ਼ਤੇ ਤੋੜ ਕੇ ਤੁਸੀਂ ਜੋਗੀ ਬਣਦੇ ਹੋ। ਭਾਵੇਂ ਭੁੱਖੜਾ ਰਾਹ ਵਿੱਚ ਰਹੇ ਡੱਠਾ, ਡੱਠਾ ਦਾ ਮਤਲਬ ਢਿਆ ਹੋਇਆ, ਡਿੱਗਿਆ ਹੋਇਆ। ਭਾਵੇਂ ਉਹ ਰਾਹ ਦੇ ਵਿੱਚ ਡਿੱਗਿਆ ਹੋਵੇ, ਕਿਸੇ ਖਬਰ ਨਾ ਉਸ ਦੀ ਲਈ ਜੇ ਨਹੀਂ। ਤੇ ਕਿਸੇ ਨੇ ਵੀ ਉਹਦੀ ਖਬਰ ਨਹੀਂ ਲੈਣੀ, ਕਿਉਂਕਿ ਭੈਣਾਂ ਭਰਾ ਮਾਂ ਪਿਓ ਹੀ ਲੈਂਦੇ ਨੇ ਖਬਰ ਉਸ ਕਮ ਅਜ਼ ਕਮ ਉਸ ਵੇਲੇ 'ਚ। ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ, ਮੁੱਠੀ ਦਾ ਮਤਲਬ ਉਹ ਹੀ ਆ ਕੋਈ ਗਈ, ਮਾਰੀ ਗਈ। ਉਹਦੀ ਗੱਲ ਸੁਣ ਕੇ ਮੈਂ ਤਾਂ ਨਿਗੜਾ ਬੋੜ ਹੋ ਗਈ ਜੰਨੀ। ਨਿਗੜਾ ਦਾ ਮਤਲਬ ਹੈ ਸਿੰਕ ਕਰਨਾ, ਨਿਗਾਰਨਾ ਵਿੱਚ ਬਹੁਤ ਡੂੰਘਾ। ਬੋੜ ਹੋਣਾ ਵੀ ਜਿਹੜਾ ਹੈ ਡੁੱਬਣਾ ਹੈ, ਸਿੰਕ ਹੋਣਾ, ਦੋਵੇਂ ਇੱਕ ਹੀ ਨਹੀਂ। ਯਾਨੀ ਬਹੁਤ ਹੀ ਮੈਂ ਗਹਿਰੇ ਪਾਣੀ ਵਿੱਚ, ਡੂੰਘੇ ਪਾਣੀ ਵਿੱਚ ਡੁੱਬ ਗਈ। ਨਹੀਂ ਰੱਬ ਦੇ ਗਜ਼ਬ ਤੋਂ ਲੋਕ ਡਰਦੇ। ਇਹ ਜਿਹੜਾ ਜੋਗੀ ਹੋ ਜਾਣਾ ਹੈ, ਇਹ ਰੱਬ ਦਾ ਇੱਕ ਗਜ਼ਬ ਦੀ ਨਿਸ਼ਾਨੀ ਹੈ। ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨਹੀਂ। ਮੱਥੇ ਤੇ ਜਿਹੜੀ ਕਿਸਮਤ ਲਿਖੀ ਸੀ, ਉਹਦੀ ਲਕੀਰਾਂ ਜਿਹੜੀਆਂ ਸਨ, ਲੇਖ ਦਾ ਮਤਲਬ ਹੈ ਕਿਸਮਤ, ਤੇ ਰੇਖ ਦਾ ਮਤਲਬ ਹੈ ਲਕੀਰ। ਤੇ ਜਿਹੜੀ ਮੱਥੇ ਦੇ ਉੱਤੇ ਲੇਖ ਜਿਹੜੀ ਕਿਸਮਤ ਲਿਖੀ ਹੋਈ ਸੀ, ਉਹਦੀ ਲਕੀਰਾਂ ਆਪਣਾ ਕੰਮ ਕਰ ਗਈਆਂ ਨੇ। ਜਿਸ ਦਾ ਚੰਦ ਪੁੱਤਰ ਸੁਆਹ ਲਾ ਬੈਠਾ, ਇਹ ਹੁਣ ਦੇਖੋ ਬਹੁਤ ਹੀ ਇੰਟੀਮੇਟ ਲਾਈਨ ਹੈ। ਜਿਸ ਦਾ ਚੰਦ ਪੁੱਤਰ ਸੁਆਹ ਲਾ ਬੈਠਾ, ਦਿੱਤਾ ਰੱਬ ਦਾ ਮਾਂ ਸਹਿ ਗਈ ਜੇ ਨੀ। ਜਿਹੜੇ ਚੰਦ ਪੁੱਤਰ ਨੇ ਸੁਆਹ ਲਾ ਲਈ, ਉਹਦੀ ਮਾਂ ਜਿਹੜੀ ਹੈ ਉਹ ਤੇ ਰੱਬ ਦਾ ਦਿੱਤਾ ਸਮਝ ਕੇ ਉਹਨੂੰ ਬਰਦਾਸ਼ਤ ਜਾਂ ਚੱਲਦੀ ਹੋਵੇਗੀ। ਆਪਣਾ ਦਿੱਤਾ ਰੱਬ ਦਾ ਮਾਂ ਸਹਿ ਗਈ ਜੇ ਨਹੀਂ। ਇਹ ਆਮ ਤੌਰ ਦੇ ਉੱਤੇ ਮਰਨ ਵਾਲਿਆਂ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹ ਮਰ ਗਿਆ ਤੇ ਉਹਦੇ ਜਿਹੜੇ ਮਾਂ ਸੀ ਉਹ ਰੱਬ ਦਾ ਕੀਤਾ ਮੰਨ ਕੇ ਤੇ ਉਹਨੂੰ ਸਹਿ ਗਈ। ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਡੜੀ ਚੌੜ ਹੋ ਗਈ ਨਹੀਂ। ਚੌੜ ਹੋਣ ਦਾ ਮਤਲਬ ਹੁੰਦਾ ਡਿਸਟਰਾਏ ਹੋਣਾ। ਜਿਸ ਕੁੜੀ ਦੇ ਸੋਹਣੇ ਯਾਰ ਦੇ ਕੰਨ ਪਾੜ ਜਾਣ, ਉਹ ਤੇ ਬਿਲਕੁਲ ਹੀ ਖਤਮ ਹੋ ਗਈ, ਡਿਸਟਰਾਏ ਹੋ ਗਈ। ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ,
खलक मगर क्यों उस दे पई जे नहीं। ਇਹ ਤੇ ਤੁਹਾਨੂੰ ਮੇਰਾ ਖਿਆਲ ਸਾਫ਼ ਹੀ ਹੈ, ਇਹਦੇ ਚ ਕੋਈ ਖਾਸ ਐਕਸਪਲੇਨੇਸ਼ਨ ਦੀ ਲੋੜ ਨਹੀਂ। ਰੱਬ ਝੂਠ ਨਾ, ਅਗਲਾ ਬੰਦ, ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ, ਅੱਗੇ ਅੱਗ ਫਰਾਕ ਦੀ ਸਾੜ ਸੁੱਟੀ, ਸੜੀ ਬਲੀ ਨੂੰ ਮੋੜ ਕੇ ਫਟਿਆ ਸੂ, ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਥੀ ਨਫਾ ਕੀ ਖਟਿਓ ਸੂ, ਮੇਰੇ ਵਾਸਤੇ ਦੁਖੜੇ ਕਰੇ ਫਿਰਦਾ, ਲੋਹਾ ਤਾ ਜੀਬੇ ਨਾਲ ਚਟਿਆ ਸੂ, ਬੁੱਕਲ ਵਿੱਚ ਚੋਰੀ ਚੋਰੀ ਹੀ ਰੋਵੇ, ਘੜਾ ਨੀਰ ਦਾ ਚਾਹ ਪਲਟਿਆ ਸੂ, ਹੋਇਆ ਚਾਕ ਪਿੰਡੇ ਮਲੀ ਖਾਕ ਰਾਂਝੇ, ਲਾ ਨੰਗ ਨਾਮੂਸ ਨੂੰ ਸਟਿਆ ਸੂ, ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਜਫਾ ਜਾਲ ਕੀ ਖਟਿਆ ਵਟਿਆ ਸੂ। ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ, ਜੇ ਰੱਬ ਝੂਠ ਨਾ ਕਰੇ ਤੇ ਇੱਕ ਤੇ ਰਾਂਝਾ ਤੇ ਨਹੀਂ ਹੈਗਾ। ਮੈਂ ਤਾਂ ਚੌੜ ਹੋਈ, ਆਈ ਐਮ ਡਿਸਟਰੋਇਡ, ਮੈਨੂੰ ਪੱਟਿਆ ਸੂ, ਪੱਟਿਆ ਦਾ ਮਤਲਬ ਯੂ ਅਪਰੂਟ ਕਰ ਦਿੱਤਾ ਹੈ। ਅੱਗੇ ਅੱਗ ਫਰਾਕ ਦੀ ਸਾਖ, ਅੱਗੇ ਤੇ ਜੁਦਾਈ ਦੀ ਅੱਗ ਵਿੱਚ ਮੈਂ ਸੜ ਰਹੀ ਸਾਂ, ਸੜੀ ਬਲੀ ਨੂੰ ਮੋੜ ਕੇ ਫਟਿਆ ਸੂ, ਤੇ ਉਹ ਜਿਹੜੀ ਮੈਂ ਬਿਲਕੁਲ ਹੀ ਸੜ ਬਲ ਗਈ ਸਾਂ, ਤੇ ਉਹਨੂੰ ਆ ਕੇ ਮੁੜ ਕੇ ਜ਼ਖਮੀ ਕੀਤਾ ਹੈ। ਫਟਣਾ ਮਤਲਬ ਹੈ ਉਹਨੂੰ ਜ਼ਖਮੀ ਕਰਨਾ। ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਸੀ ਨਫਾ ਕੀ ਖਟਿਆ ਸੂ, ਮਤਲਬ ਰਾਂਝੇ ਦੇ ਪੱਖ ਤੋਂ ਹੀਰ ਕਹਿ ਰਹੀ ਹੈ ਕਿ ਔਰਤ ਵੀ ਉਹਦੀ ਗਈ, ਯਾਨੀ ਹੀਰ ਗਈ, ਉਹਦੇ ਕੋਲ ਖੁਸ ਗਈ, ਕੰਨ ਵੀ ਪਾਟ ਗਏ, ਤੇ ਅਖੀਰ ਉਹਨੂੰ ਇਸ਼ਕ ਦੇ ਵਿੱਚੋਂ ਨਫਾ ਕੀ ਮਿਲਿਆ। ਮੇਰੇ ਵਾਸਤੇ ਦੁਖੜੇ ਕਰੇ ਫਿਰਦਾ, ਲੋਹਾ ਤਾ ਜੀਬੇ ਨਾਲ ਚੱਟਿਆ ਸੂ, ਮੇਰੇ ਵਾਸਤੇ ਜਿਹੜੇ ਦੁਖੜੇ ਕਰਦਾ ਫਿਰਦਾ ਹੈ, ਜਿਹਨੇ ਦੁੱਖਾਂ ਦੇ ਵਿੱਚ ਫਿਰ ਰਿਹਾ ਉਹ ਤਕਲੀਫਾਂ 'ਚ, ਉਹ ਇੰਝ ਹੈ ਕਿ ਜਿਵੇਂ ਲੋਹੇ ਨੂੰ ਗਰਮ ਕਰਕੇ ਤਾ ਦੇ ਕੇ ਤੇ ਫਿਰ ਆਪਣੀ ਜੀਭ ਨਾਲ ਚੱਟਣਾ ਹੋਵੇ। ਇਹ ਤੇ ਇਹ ਜਿਹੜਾ ਹੈ ਤੁਹਾਨੂੰ ਸਮਝ ਆਈ ਜਾਵੇ। ਬੁੱਕਲ ਵਿੱਚ ਚੋਰੀ ਚੋਰੀ ਹੀ ਰੋਵੇ, ਘੜਾ ਨੀਰ ਦਾ ਚਾਹ ਪਲਟਿਆ ਸੂ, ਬੁੱਕਲ ਵਿੱਚ ਚੋਰੀ ਚੋਰੀ ਰੋ ਰਹੀ ਹੈ ਤੇ ਉਹਦੇ ਅੱਖਾਂ ਦੇ ਵਿੱਚੋਂ ਇੰਜ ਅਥਰੂ ਵਸ ਰਹੇ ਨੇ, ਜਿਵੇਂ ਜਿਵੇਂ ਪਾਣੀ ਦਾ ਘੜਾ ਜਿਵੇਂ ਡੁੱਲ ਰਿਹਾ ਹੋਵੇ। ਸਭ ਇੱਥੇ ਕੋਈ ਉਹਦਾ ਪਛਤਾਵਾ ਵੀ ਹੋ ਸਕਦਾ ਹੈ, ਕਿਉਂਕਿ ਉਹਨੇ ਕਿਹਾ ਸੀ ਨਾ ਕਿ ਵੀ ਤੂੰ ਜੋਗੀ ਬਣ ਕੇ ਤੇ ਆ ਜਾ, ਤੇ ਉਹ ਜਿਸਲੇ ਆ ਗਿਆ ਹੈ ਉਹ ਫਿਰ ਇਹ ਸਾਰਾ ਜਿਹੜਾ ਇਹ ਇਜ਼ਹਾਰ ਕਰ ਰਹੀ ਹੈ। ਉਦੋਂ ਤੁਸੀਂ ਇੰਜ ਕਹਿ ਸਕਦੇ ਹੋ ਕਿ ਉਦੋਂ ਉਹਦੀਆਂ ਇੰਪਲੀਕੇਸ਼ਨਸ ਉਨੀਆਂ ਨਹੀਂ ਸੀ ਪਤਾ ਜਿੰਨੀਆਂ ਹੁਣ ਪਤਾ ਨੇ, ਕਿ ਜੋਗੀ ਹੋਣਾ ਹੁੰਦਾ ਕੀ ਹੈ। ਇਹ ਨਾ ਰਾਂਝੇ ਨੂੰ ਪਤਾ ਸੀ ਤੇ ਨਾ ਉਹਨੂੰ ਪਤਾ ਸੀ। ਉਹ ਉਸ ਵੇਲੇ ਤੇ ਖੇਡ ਕੇ ਸਮਝ ਰਹੇ ਸਨ, ਲੇਕਿਨ ਜੋ ਉਹਦੀਆਂ ਇੰਪਲੀਕੇਸ਼ਨਸ ਨੇ ਉਹਨਾਂ ਨੂੰ ਵਾਰਿਸ ਸ਼ਾਹ ਹੁਣ ਤੁਹਾਡੇ ਸਾਹਮਣੇ ਲਿਆ ਰਿਹਾ ਹੈ। ਹੋਇਆ ਚਾਕ ਪਿੰਡੇ ਮਲੀ ਖਾਕ ਰਾਂਝੇ, ਪਹਿਲੇ ਤੇ ਉਹ ਨੌਕਰ ਬਣਿਆ, ਫਿਰ ਉਹਨੇ ਪਿੰਡੇ ਦੇ ਉੱਤੇ, ਖਾਕ ਦਾ ਮਤਲਬ ਹੈ ਮਿੱਟੀ, ਫਿਰ ਮਿੱਟੀ ਮੜ ਲਈ, ਰਾਂਝੇ ਨੰਗ ਨਾਮੂਸ ਨੂੰ ਸੱਟਿਆ ਸੂ, ਨੰਗ ਨਾਮੂਸ ਦਾ ਮਤਲਬ ਹੈ ਆਨਰ, ਇੱਜ਼ਤ, ਉਹਨੇ ਸਾਰਾ ਆਪਣੀ ਆਨਰ ਜਿਹੜੀ ਹੈ ਉਹ ਔਰ ਜਿਹੜੀ ਇੱਜ਼ਤ ਉਹਦੀ ਸੀ ਸੁਸਾਇਟੀ 'ਚ, ਉਹਨੇ ਉਹਨੂੰ ਬਿਲਕੁਲ ਸੁੱਟ ਦਿੱਤਾ ਹੈ। ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਵਣੀ ਦਾ ਮਤਲਬ ਹੁੰਦਾ ਕਾਰੋਬਾਰ, ਕਿ ਇਸ ਜਿੱਥੋਂ ਬੰਜਾਰਾ ਬਣਿਆ ਹੈ, ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਜਫਾ ਜਾਲ ਕੀ ਖੱਟਿਆ ਵਟਿਆ ਸੂ, ਜਫਾ ਜਾਲ ਨਾ ਹੁੰਦਾ ਮਤਲਬ ਤਕਲੀਫ ਬਰਦਾਸ਼ਤ ਕਰਨਾ, ਔਕਤ ਦੇ ਵਿੱਚੋਂ ਲੰਘਣਾ। ਅੱਛਾ ਜੀ, ਅੱਗੇ ਆ ਗਿਆ ਜੀ 311। ਗੱਲੀ ਲਾਇ ਕੇ ਕਿਵੇਂ ਲਿਆਓ ਉਸਨੂੰ, ਰਲ ਪੁੱਛੀਏ ਕਿਹੜੇ ਥਾਂ ਦਾ ਹੀ, ਛੇ ਲਾਇ ਕੇ ਦੇਸ ਵਿੱਚ
ਫਿਰੇ ਭਾਉਂਦਾ ਅਤੇ ਨਾਂ ਦਾ ਕੌਣ ਕਹਾਉਂਦਾ ਈ ਵੇਖਾਂ ਕਿਹੜੇ ਦੇਸ਼ ਦਾ ਚੌਧਰੀ ਹੈ ਅਤੇ ਜ਼ਾਤ ਦਾ ਕੌਣ ਸਦਾਉਂਦਾ ਈ ਵੇਖਾਂ ਰੋਹੀਓਂ ਮਾਝਿਓਂ ਪੱਤਿਓਂ ਹੈ ਰਾਵੀ ਵਿਆਹ ਦਾ ਇੱਕੇ ਜਨਾਉਂਦਾ ਈ ਫਰੇ ਤਿੰਜਣਾ ਵਿੱਚ ਖੁਆਰ ਹੁੰਦਾ ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ ਵਾਰਿਸ਼ਾ ਮਿਰਠੋ ਆਕਾਸ ਦਾ ਈ ਕੋਈ ਇਸ ਦਾ ਭੇਤ ਨਾ ਪਾਉਂਦਾ ਈ ਗੱਲੀ ਲਿਆ ਗਲਾਏ ਕੇ ਕਿਵੇਂ ਲਿਆਓ ਉਸ ਨੂੰ ਗੱਲੀ ਲਾ ਕੇ ਲਿਆਉਣਾ ਮਤਲਬ ਉਹਨੂੰ ਗੱਲਾਂ ਗੱਲਾਂ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਰਾਜ਼ੀ ਕਰਕੇ ਲਿਆਓ ਰਲ ਪੁੱਛੀਏ ਕਿਹੜੇ ਥਾਂ ਦਾ ਇਹ ਤਾਂ ਸਾਫ਼ ਹੀ ਤੁਹਾਨੂੰ ਹੀ ਪਤਾ ਹੈ ਖੇ ਲਾਇ ਕੇ ਦੇਸ਼ ਵਿੱਚ ਫਿਰੇ ਭਾਉਂਦਾ ਮਿੱਟੀ ਮਾਰ ਕੇ ਤੇ ਉਹ ਦੇਸ਼ ਵਿੱਚ ਭੌਂ ਰਿਹਾ ਹੈ ਅਤੇ ਨਾਂ ਦਾ ਕੌਣ ਕਹਾਂ ਜਿਹਦਾ ਨਾਂ ਕੀ ਹੈ ਵੇਖਾਂ ਕਿਹੜੇ ਦੇਸ਼ ਦਾ ਚੌਧਰੀ ਹੈ ਅਤੇ ਜ਼ਾਤ ਦਾ ਕੌਣ ਸਦਾਉਂਦਾ ਹੀ ਇਹ ਵੀ ਸਾਫ਼ ਹੀ ਹੈ ਵੇਖਾਂ ਰੋਈ ਤੇ ਤੁਹਾਨੂੰ ਪਤਾ ਹੈ ਕਿ ਜਿਹੜੀ ਵੈਸਟਰਨ ਪੰਜਾਬ ਹੈ ਮੁਲਤਾਨ ਦਾ ਇਲਾਕਾ ਤੋਂ ਉਸ ਤੋਂ ਅੱਗੇ ਉਹਨੂੰ ਰੋਈ ਕਹਿੰਦੇ ਨੇ ਤੇ ਮਾਝਾ ਜਿਹੜਾ ਹੈ ਇਹ ਸਮਝ ਲਓ ਤੁਸੀਂ ਕਸੂਰ ਤੇ ਇਹ ਜਿਹੜਾ ਸਾਰਾ ਇਲਾਕਾ ਹੈ ਮਾਝਾ ਹੈ ਤੇ ਪੱਤਿਓਂ ਇਸੇ ਤਰ੍ਹਾਂ ਪੰਜਾਬ ਦਾ ਤੀਸਰਾ ਇਲਾਕਾ ਹੈ ਰਾਵੀ ਤੇ ਰਹਿਣ ਵਾਲਾ ਹੈ ਰਾਵੀ ਦੇ ਰਹਿਣ ਵਾਲਾ ਹੈ ਉਸ ਵੇਲੇ ਤੇ ਲੋਕ ਅਕਸਰ ਜਿਹੜੇ ਨੇ ਉਹ ਦਰਿਆਵਾਂ ਦੇ ਕੰਢੇ ਕੰਢੇ ਰਹਿੰਦੇ ਸਨ ਬਹੁਤੇ ਤੇ ਕਿਉਂਕਿ ਅੰਗਰੇਜ਼ਾਂ ਨੇ ਜਿੰਨਾ ਚਿਰ ਤੱਕ ਪੰਜਾਬ ਦੇ ਵਿੱਚ ਜਿਹੜਾ ਕੈਨਾਲ ਸਿਸਟਮ ਕੰਸਟਰਕਟ ਨਹੀਂ ਕੀਤਾ ਤੇ ਉਦੋਂ ਪਾਣੀ ਤੇ ਇੱਥੇ ਹੁੰਦਾ ਨਹੀਂ ਸੀ ਤੇ ਇਸ ਲਈ ਰਾਵੀ ਝਨਾਹ ਤੇ ਦਰਿਆਵਾਂ ਦੇ ਉੱਤੇ ਹੀ ਆਬਾਦੀ ਹੁੰਦੀ ਸੀ ਉਹ ਸ਼ੁਰੂ ਦੇ ਵਿੱਚੋਂ ਤੇ ਇਸ ਵਾਸਤੇ ਵੀ ਹੋਈ ਕਿ ਜਦੋਂ ਅੱਗ ਇਜਾਦ ਹੋਈ ਤੇ ਮੱਛੀ ਜਿਹੜੀ ਆ ਬਤੌਰ ਗ਼ਜ਼ਾ ਦੇ ਖਾਣ ਦੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹਨੂੰ ਖਾਧਾ ਜਾ ਸਕਦਾ ਹੈ ਤੇ ਫਿਰ ਬਹੁਤੀਆਂ ਆਬਾਦੀਆਂ ਦਰਿਆਵਾਂ ਔਰ ਸਮੁੰਦਰਾਂ ਦੇ ਕਿਨਾਰੇ ਬਣੀਆਂ ਕਿਉਂਕਿ ਉੱਥੋਂ ਮੱਛੀ ਕੱਢੀ ਜਾ ਸਕਦੀ ਸੀ ਲੇਕਿਨ ਇਹ ਜਿਹੜਾ ਪੰਜਾਬ ਸੀ ਇਹਦੇ ਵਿੱਚ ਤੇ ਪਾਣੀ ਨਹੀਂ ਸੀ ਹੈਗਾ ਤੇ ਇਸ ਵਾਸਤੇ ਦਰਿਆਵਾਂ ਤੇ ਦੇ ਕੰਢੇ ਕੰਢੇ ਹੀ ਹੁੰਦੀ ਸੀ ਰਾਵੀ ਤੇ ਦਰਿਆ ਰਾਵੀ ਹੋ ਗਿਆ ਇਹ ਵਿਆਹ ਜਿਹੜਾ ਹੈ ਇਹ ਦਰਿਆ ਹੁੰਦਾ ਇਹਨੂੰ ਅਸੀਂ ਬਿਆਸ ਕਹਿੰਦੇ ਆ ਬਿਆਸ ਨੂੰ ਵਿਆਹ ਕਿਹਾ ਜਾਂਦਾ ਹੈ ਇਹ ਸਤਲੁਜ ਤੇ ਰਾਵੀ ਦੇ ਵਿਚਕਾਰ ਵਗਦਾ ਸੀ ਹੁਣ ਤੇ ਵਿਚਾਰਾ ਕਿੱਥੇ ਵਗਦਾ ਹੈ ਹੁਣ ਤੇ ਸੁੱਕ ਸਕ ਗਿਆ ਹੈ ਕਿ ਜਿਹੜਾ ਮੇਰਾ ਪਿੰਡ ਹੈ ਸਾਹੀਵਾਲ ਚ ਉਹਦੇ ਤੋਂ ਕੋਈ 4-5 ਮੀਲ ਦੂਰ ਇਹਦਾ ਬੈੱਡ ਹੈ ਵਿਆਹ ਦਾ ਅੱਛਾ ਜਾਂ ਇੱਕੇ ਚਨਾਉ ਦਾ ਜਾਂ ਚਨਾਹ ਦਰਿਆ ਦਾ ਹੈ ਫਿਰੇ ਤਿੰਜਣਾ ਦੇ ਵਿੱਚ ਖਾਰ ਹੁੰਦਾ ਚਨਾਬ ਹਾਂਜੀ ਚਨਾਬ ਕਿਹੜਾ ਦਰਿਆ ਹੈ ਚਨਾਬ ਨੂੰ ਕਹਿ ਰਹੇ ਚਨਾਬ ਪੰਜਾਬੀ ਵਿੱਚ ਚਨਾਬ ਨੂੰ ਚਨਾਹ ਹੀ ਕਹਿੰਦੇ ਨੇ ਅੱਛਾ ਹਾਂਜੀ ਫਿਰੇ ਤਿੰਜਣਾ ਦੇ ਵਿੱਚ ਖਾਰ ਹੁੰਦਾ ਯਾਨੀ ਮਤਲਬ ਖਾਰ ਹੋ ਰਿਹਾ ਕੁੜੀਆਂ ਦੀਆਂ ਕੱਠਾਂ ਦੇ ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਹੀ ਤੇ ਹਰ ਇੱਕ ਦੇ ਵਿਹੜੇ ਫੇਰਾ ਮਾਰ ਰਿਹਾ ਹੈ ਵਾਰਿਸ਼ਾ ਮਿਰਠੋ ਇਹ ਕਾਸ ਦਾ ਮਿਰਠੋ ਮਰਿਆ ਹੋਇਆ ਇਸ ਨੂੰ ਕਿਸ ਚੀਜ਼ ਨੇ ਮਾਰਿਆ ਹੈ ਕੋਈ ਇਸ ਦਾ ਭੇਤ ਨਾ ਪਾਉਂਦਾ ਹੀ ਇਹ ਭੇਤ ਜਿਹੜਾ ਹੈ ਇਹ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਇਹਨੂੰ ਕਿਹੜੀ ਚੀਜ਼ ਨਾਲ ਮਾਰਿਆ ਅੱਗੇ ਜੀ 312 ਲੈਣ ਜੋਗੀ ਨੂੰ ਆਈਆਂ ਧੁੰਬਲਾ ਹੋ ਚਲੋ ਗੱਲ ਬਣਾ ਸਵਾਰੀਏ ਨੀ ਸਭੇ ਬੋਲੀਆਂ ਜਾ ਨਮਸਕਾਰ ਜੋਗੀ ਕਿਉਂ ਨਹੀਂ ਸਾਈਂ ਸਵਾਰੀਏ ਪਿਆਰੀਏ ਨੀ ਵੱਡੀ ਮਹਿਰ ਹੋਈ ਇਸ ਦੇਸ ਉੱਤੇ ਵੇੜੇ ਹੀਰ ਦੇ ਨੂੰ
चलो तारिए नी ਮੰਗ ਨਗਰ ਅਤੀਤ ਨੇ ਅਜੇ ਖਾਣਾ ਬਾਤਾਂ ਸ਼ੌਕ ਦੀਆਂ ਚਾਹ ਵਸਾਰੀਏ ਨੀ ਮੇਲੇ ਕੁੰਭ ਦੇ ਹਮੀ ਅਤੀਤ ਚੱਲੇ ਨਗਰ ਜਾਏ ਕੇ ਭੀਖ ਚਿਤਾਰੀਏ ਨੀ ਵਾਰਿਸ਼ਾ ਤੁਮੀ ਘਰੋਂ ਖਾ ਆਈਆਂ ਨਾਲ ਚਾਵੜਾ ਲਓ ਗੁਟਕਾਰੀਏ ਨੀ ਲੈਣ ਜੋਗੀ ਨੂੰ ਆਈਆਂ ਦੁੰਬਲਾਓ ਇੱਕ ਵੈਲ ਨਿਟ ਗਰੁੱਪ ਬਣਾ ਕੇ ਉਹ ਜੋਗੀ ਨੂੰ ਲੈਣ ਆਈਆਂ ਨੇ ਚਲੋ ਗੱਲ ਬਣਾ ਸਵਾਰੀਏ ਨਹੀਂ ਤੇ ਉਹ ਆਪਸ ਕਹਿੰਦੀਆਂ ਨੇ ਚਲੋ ਉਹਦੇ ਨਾਲ ਜ਼ਰਾ ਗੱਲ ਜਿਹੜੀ ਆ ਬਣਾ ਕੇ ਤੇ ਬੜੇ ਸਵਾਰੀਏ ਨਹੀਂ ਮਤਲਬ ਉਹਨੂੰ ਪ੍ਰੋਪਰਲੀ ਕਰੀਏ ਸਭੇ ਬੋਲੀਆਂ ਜਾ ਨਮਸਕਾਰ ਜੋਗੀ ਇਹ ਤੇ ਤੁਹਾਨੂੰ ਪਤਾ ਹੀ ਹੈ ਕੀ ਇਹਦਾ ਮਤਲਬ ਹੈ ਕਿਉਂ ਨਹੀਂ ਸਾਈਂ ਸਵਾਰੀਏ ਪਿਆਰੀਏ ਨੇ ਇਹ ਹੁਣ ਜੋਗੀ ਸ਼ਾਇਦ ਕਹਿ ਰਿਹਾ ਹੈ ਕਿ ਕਿਉਂ ਨਹੀਂ ਸਾਈਂ ਸਵਾਰੀਏ ਯਾਨੀ ਤੈਨੂੰ ਤੇਰੇ ਸਾਈਂ ਨੇ ਸਵਾਰਿਆ ਹੈ ਤੈਨੂੰ ਡੈਕੋਰੇਟ ਕੀਤਾ ਤੈਨੂੰ ਬਿਊਟੀਫੁਲ ਬਣਾਇਆ ਹੈ ਵੱਡੀ ਮਿਹਰ ਹੋਈ ਇਸ ਦੇਸ਼ ਉੱਤੇ ਇਸ ਦੇਸ਼ ਤੇ ਬੜੀ ਹੀ ਇਹ ਹੁਣ ਉਹ ਕਹਿ ਰਹੀਆਂ ਨੇ ਵੱਡੀ ਮਿਹਰ ਹੋਈ ਇਸ ਦੇਸ਼ ਉੱਤੇ ਇਸ ਦੇਸ਼ ਦੇ ਉੱਤੇ ਇਸ ਮੁਲਕ ਦੇ ਉੱਤੇ ਬਹੁਤ ਹੀ ਮਿਹਰਬਾਨੀ ਹੋਈ ਹੈ ਰੱਬ ਦੀ ਮਤਲਬ ਮਿਹਰਬਾਨੀ ਹੋਈ ਹੈ ਵਿਹੜੇ ਹੀਰ ਦੇ ਨੂੰ ਚਲੋ ਤਾਰੀਏ ਨਹੀਂ ਚਲੋ ਹੁਣ ਚੱਲ ਕੇ ਹੀਰ ਦੇ ਵਿਹੜੇ ਨੂੰ ਤਾਰੀਏ ਦਾ ਮਤਲਬ ਬਲੈਸ ਕਰੀਏ ਮੰਗ ਨਗਰ ਅਤੀਤ ਨੇ ਅਜੇ ਖਾਣਾ ਅਤੀਤ ਦਾ ਮਤਲਬ ਵੀ ਜੋ ਹੈ ਫਕੀਰ ਹੈ ਜੋਗੀ ਹੈ ਲੇਕਿਨ ਅਤੀਤ ਦਾ ਮਤਲਬ ਤੁਸੀਂ ਸਮਝ ਲਓ ਕਿ ਅਟਰਨਿਟੀ ਵੀ ਹੈਗਾ ਕਿਉਂਕਿ ਜੋਗੀ ਉੱਤੇ ਬਿਲੀਵ ਕਰਦੇ ਸਨ ਤੇ ਇਸ ਲਈ ਇੱਥੇ ਜੋਗੀ ਆਪਣੇ ਆਪ ਨੂੰ ਅਤੀਤ ਵੀ ਕਹਿ ਰਿਹਾ ਹੈ ਮੰਗ ਨਗਰ ਅਤੀਤ ਨੇ ਅਜੇ ਖਾਣਾ ਬਾਤਾਂ ਸ਼ੌਕ ਦੀਆਂ ਚਾਹ ਵਸਾਰੀਏ ਨਹੀਂ ਤੇ ਇਹ ਜਿਹੜੀਆਂ ਸ਼ੌਕ ਵਾਲੀਆਂ ਗੱਲਾਂ ਨੇ ਨਾ ਇਹ ਭੁੱਲ ਜਾਣੀਆਂ ਚਾਹੀਦੀਆਂ ਨੇ ਅਜੇ ਤੇ ਅਤੀਤ ਨੇ ਨਗਰ ਦੇ ਵਿੱਚ ਮੰਗ ਕੇ ਤੇ ਖਾਣਾ ਵੀ ਆ ਕੁਛ ਮੇਲੇ ਕੁੰਭ ਦੇ ਹਮੀ ਅਤੀਤ ਚੱਲੇ ਅਸੀਂ ਅਤੀਤ ਜਿਹੜੇ ਆ ਅਸੀਂ ਕੁੰਭ ਦੇ ਮੇਲੇ ਜਾ ਰਹੇ ਹਾਂ ਕੁੰਭ ਦਾ ਜਿਹੜਾ ਮੇਲਾ ਹੈ ਉਹ ਸਭ ਤੋਂ ਜੋਗੀਆਂ ਦਾ ਸਭ ਤੋਂ ਵੱਡਾ ਮੇਲਾ ਹੁੰਦਾ ਸੀ ਨਗਰ ਜਾਏ ਕੇ ਭੀਖ ਚਿਤਾਰੀਏ ਨਹੀਂ ਤੇ ਆਬਾਦੀ ਵਿੱਚ ਜਾ ਕੇ ਭੀਖ ਦਾ ਮਤਲਬ ਹੈ ਭੇਸ ਯਾਨੀ ਭੇਸ ਜਿਹੜਾ ਹੈ ਉਹ ਇੱਕ ਬਣਾਈਏ ਚਿਤਾਰੀਏ ਨਹੀਂ ਚਿਤਾਰੀ ਦਾ ਮਤਲਬ ਵੈਸੇ ਹੁੰਦਾ ਸੋਚੀਏ ਵਿਚਾਰ ਕਰੀਏ ਪਰ ਇੱਥੇ ਮੇਰਾ ਖਿਆਲ ਹੈ ਮਤਲਬ ਹੈ ਕਿ ਇੱਕ ਖਾਸ ਤਰ੍ਹਾਂ ਭੇਸ ਬਣਾਈ ਹੈ ਵਾਰਿਸ਼ਾ ਤੂੰ ਹੀ ਘਰੋਂ ਖਾ ਆਈਆਂ ਵਾਰਿਸ਼ਾ ਤੁਸੀਂ ਘਰਾਂ ਤੋਂ ਖਾ ਕੇ ਆਈਆਂ ਹੋ ਨਾਲ ਚਾਵੜਾਂ ਦਾ ਮਤਲਬ ਚਾਵਾਂ ਦੇ ਨਾਲ ਬੜੀਆਂ ਖੁਸ਼ੀਆਂ ਦੇ ਨਾਲ ਲਓ ਗੁਟਕਾਰੀਏ ਨਹੀਂ ਇਹ ਹੁੰਦਾ ਨਾ ਤੁਸੀਂ ਕਦੀ ਕਬੂਤਰ ਨੂੰ ਦੇਖਿਆ ਵੈਸੇ ਜਾਂ ਆਪਣਾ ਜਦੋਂ ਉਹਨੂੰ ਕਿਸੇ ਤਾਲੇ ਵਿੱਚ ਕਿਸੇ ਛੋਟੀ ਜਗ੍ਹਾ ਤੇ ਬੰਦ ਕੀਤਾ ਹੁੰਦਾ ਹੈ ਤੇ ਉਹ ਜੋ ਬੋਲਦਾ ਹੈ ਉਹਨੂੰ ਗੁਟਕਣਾ ਕਹਿੰਦੇ ਨੇ ਤੇ ਗੁਟਕਣ ਦਾ ਮਤਲਬ ਹੁੰਦਾ ਹੈ ਕਿ ਅੰਦਰੋਂ ਬੜੀ ਖੁਸ਼ੀ ਹੈ ਤੇ ਲੇਕਿਨ ਮੂੰਹ ਨਾਲ ਨਹੀਂ ਦੱਸਿਆ ਜਾ ਰਿਹਾ ਪਰ ਗੁਟਕ ਰਿਹਾ ਹੈ ਬੰਦਾ ਇਹ ਮਤਲਬ ਹੈ ਇੱਥੇ ਅੱਛਾ ਜੀ ਅੱਗੇ 314 ਅਸੀਂ ਵੱਡੇ ਫਕੀਰ ਸਤ ਪੀੜੀਏ ਹਾਂ ਰਸਮ ਜਗ ਦੀ ਹਮੀ ਨਾ ਜਾਣਨੇ ਹਾਂ ਕੰਦ ਮੂਲ ਉਜਾੜ ਵਿੱਚ ਖਾਏ ਕੇ ਤੇ ਬਣ ਬਾਸ ਲੈ ਕੇ ਮੌਜਾਂ ਮਾਣਨੇ ਹਾਂ ਬਗਿਆੜ ਅਰਸ਼ੇਰ ਅਰਮਰਗ ਚੀਤੇ ਹਮੀ ਤਿਨਾਂ ਦੀਆਂ ਸੂਰਤਾਂ ਜਾਣਨੇ ਹਾਂ ਤੁਮੀ ਸੁੰਦਰਾਂ ਬੈਠੀਆਂ ਖੂਬਸੂਰਤ ਹਮੀ ਬੂਟੀਆਂ ਝੱਟੀਆਂ ਜਾਣਨੇ ਹਾਂ ਨਗਰ ਬੀਚ ਨਾ ਆਤਮਾ ਪਰਚਦਾ ਹੈ ਉਦਿਆਨ ਬਹਿ ਕੇ ਤੰਬੂ ਤਾਣਨੇ ਹਾਂ ਗੁਰੂ ਤੀਰਥ ਜੋਗ ਬਿਰਾਗ ਹੋਏ ਰੂਪ ਤਿਨਾਂ ਦੇ ਹਮੀ ਪਛਾਣਨੇ ਚਲੀ 313 ਵਿੱਚ ਰਹਿ ਗਿਆ ਕਿਹੜਾ 313 ਉਹ ਮੇਰੇ ਖਿਆਲ ਹਾਂ ਰਹਿ ਗਿਆ ਉਹ ਮੈਂ ਪਹਿਲੇ ਉਹ ਪੜ ਦੇਣਾ
ਰਸਮ ਜਗ ਦੀ ਕਰੋ ਅਤੀਤ ਸਾਈਂ, ਸਾਡੀਆਂ ਸੂਰਤਾਂ ਵੱਲ ਧਿਆਨ ਕੀਜੇ, ਅੱਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਜ਼ਰਾ ਹੀਰ ਦੀ ਤਰਫ ਧਿਆਨ ਕੀਜੇ, ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ, ਸੋਹਣੀ ਮੋਹਣੀ ਸਹਿਤੀ ਮੋਹਣੀ ਤੇ ਨਜ਼ਰ ਆਣ ਕੀਜੇ, ਚਲੋ ਵੇਖੀਏ ਘਰਾਂ ਸਰਦਾਰਦਿਆਂ ਨੂੰ, ਅਜੀ ਸਾਹਿਬੋ ਨਾ ਗੁਮਾਨ ਕੀਜੇ। ਰਸਮ ਜਗ ਦੀ ਕਰੋ ਅਤੀਤ ਸਾਈਂ, ਤੇ ਉਹ ਕੁੜੀਆਂ ਕਹਿੰਦੀਆਂ ਨੇ ਤੁਸੀਂ ਜਿਹੜੀ ਦੁਨੀਆ ਦੀ ਰਸਮ ਹੈ ਉਹ ਤੇ ਪੂਰੀ ਕਰੋ ਨਾ, ਸਾਡੀਆਂ ਸੂਰਤਾਂ ਵੱਲ ਧਿਆਨ ਕੀਜੇ, ਸਾਡੀਆਂ ਸ਼ਕਲਾਂ ਦੇਖੋ, ਅਸੀਂ ਕਿੱਡੀ ਆਜਜ਼ੀ ਨਾਲ ਤੁਹਾਨੂੰ ਕਹਿ ਰਹੀ ਹਾਂ, ਤੇ ਦੁਨੀਆ ਦੀ ਵੀ ਰਸਮ ਕਰ ਲਓ ਪੂਰੀ, ਕਿ ਕਿਸੇ ਦੀ ਆਜਜ਼ੀ ਤੇ ਉਹਨੂੰ ਮੰਨ ਲੈਣਾ ਚਾਹੀਦਾ ਹੈ। ਅੱਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਅੱਜੂ ਖੇੜਾ ਜਿਹੜਾ ਹੈ ਉਹ ਹੀਰ ਦਾ ਜਿਹੜਾ ਸੁਸਰ ਹੈ, ਸਹੁਰਾ ਹੈ ਉਹਦਾ, ਅੱਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਮਤਲਬ ਅੱਜੂ ਖੇੜਾ ਜਿਹੜਾ ਹੈਗਾ ਉਹਦੇ ਵਿਹੜੇ ਵਿੱਚ ਫੇਰਾ ਪਾਓ, ਜ਼ਰਾ ਹੀਰ ਦੀ ਤਰਫ ਧਿਆਨ ਕੀਜੇ, ਤੇ ਥੋੜੇ ਜਿਹੇ ਧਿਆਨ ਨਾਲ ਹੀਰ ਨੂੰ ਹੀ ਵੇਖਣਾ ਉੱਥੇ, ਵਿਹੜਾ ਮਹਿਰ ਦਾ ਚਲੋ ਖਾ ਲਿਆਈਏ, ਤੇ ਉਹ ਜਿਹੜਾ ਮਹਿਰ ਦਾ ਵਿਹੜਾ ਹੈ, ਚਲੋ ਉਹ ਤੁਹਾਨੂੰ ਮਹਿਰ ਮਤਲਬ ਹੈ ਜਿਹੜਾ ਪਿੰਡ ਦਾ ਸਰਬਰਾਹ ਹੁੰਦਾ ਹੈ, ਵੈਸੇ ਤੇ ਕਈ ਜ਼ਾਤਾਂ ਆਪਣੇ ਨਾਂ ਨਾਲ ਮਹਿਰ ਲਿਖਦੀਆਂ ਨੇ, ਜਿਵੇਂ ਰਾਈ ਨੇ ਉਹ ਆਪਣੇ ਨਾਂ ਨਾਲ ਮਹਿਰ ਲਿਖਦੇ ਨੇ, ਮੇਰਾ ਪਿਓ ਜਿਹੜਾ ਸੀ ਉਹ ਆਪਣੇ ਨਾਂ ਨਾਲ ਮਹਿਰ ਲਿਖਦਾ ਸੀ, ਤੇ ਇਹ ਮੈਨੂੰ ਪਤਾ ਹੈ, ਇਸ ਵਾਸਤੇ ਇਹ ਮੈਨੂੰ ਬਹੁਤ ਪਤਾ ਹੈ। ਜਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ, ਸਹਿਤੀ ਮੋਹਣੀ ਤੇ ਨਜ਼ਰ ਆਣ ਕੀਜੇ, ਤੇ ਸਹਿਤੀ ਜਿਹੜੀ ਕਿ ਬੜੀ ਮਨਮੋਹਣੀ ਹੈ, ਬੜੀ ਦਿਲ ਅਟਰੈਕਟਿਵ ਹੈ, ਉਹਦੇ ਤੇ ਵੀ ਜ਼ਰਾ ਨਜ਼ਰ ਪਾਓ, ਚਲੋ ਦੇਖੀਏ ਘਰਾਂ ਸਰਦਾਰਦਿਆਂ ਨੂੰ, ਇਹ ਸਰਦਾਰ ਹੈ ਅੱਜੂ ਚੌਧਰੀ, ਉਹਦੇ ਘਰਾਂ ਨੂੰ ਵੀ ਵੇਖੀਏ ਚੱਲ ਕੇ, ਅਜੀ ਸਾਹਿਬੋ ਨਾ ਗੁਮਾਨ ਕੀਜੇ, ਤੇ ਸਾਹਿਬੋ ਤੁਸੀਂ, ਗੁਮਾਨ ਦਾ ਮਤਲਬ ਦੋ ਹੋ ਸਕਦੇ ਨੇ, ਸ਼ੱਕ, ਗੁਮਾਨ ਦਾ ਮਤਲਬ ਗਰੂਰ ਵੀ ਹੋ ਸਕਦਾ ਹੈ, ਇਹਨਾਂ ਦੋਵਾਂ ਮਾਇਨਿਆਂ ਵਿੱਚ ਹੀ ਇੱਥੇ ਤੁਸੀਂ ਇਹਦਾ ਤਰਜਮਾ ਕਰ ਸਕਦੇ ਹੋ। ਹਮੀ ਵੱਡੇ, ਮੈਂ ਪੜ੍ਹ ਦਿੱਤਾ ਸੀ, ਹਮੀ ਵੱਡੇ ਫਕੀਰ ਸੱਤ ਪੀੜ੍ਹੀਏ ਹਾਂ, ਅਸੀਂ ਬਹੁਤ ਵੱਡੇ ਫਕੀਰ ਹਾਂ, ਔਰ ਅਸੀਂ 7 ਜਨਰੇਸ਼ਨ ਤੋਂ ਹਾਂ, ਪੀੜ੍ਹੀ ਹੁੰਦੀ ਹੈ ਜਨਰੇਸ਼ਨ, 7 ਪੀੜ੍ਹੀਏ ਹਾਂ, 7 ਜਨਰੇਸ਼ਨ ਤੋਂ ਉੱਤੋਂ ਅਸੀਂ ਫਕੀਰ ਹਾਂ, ਰਸਮ ਜਗ ਦੀ ਹਮੇ ਨਾ ਜਾਣਨੇ ਹਾਂ, ਉਹਨਾਂ ਨੇ ਕਿਹਾ ਸੀ ਨਾ ਰਸਮ ਜਗ ਦੀ ਕਰੋ ਅਤੀਤ ਸਾਈਂ, ਤੇ ਉਹ ਕਹਿ ਰਿਹਾ ਰਸਮ ਜਗ ਦੀ ਹਮੇ ਨਾ ਜਾਣਨੇ ਹਾਂ, ਅਸੀਂ ਦੁਨੀਆ ਦੀਆਂ ਰਸਮਾਂ ਨੂੰ ਨਹੀਂ ਜਾਣਦੇ, ਮਤਲਬ ਅਸੀਂ ਉਹਨਾਂ ਨੂੰ ਨਹੀਂ ਮੰਨਦੇ, ਕੰਧ ਮੂਲ ਉਜਾੜ ਵਿੱਚ ਖਾਏ ਗਏ, ਤੇ ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਕੰਧ ਦਾ ਮਤਲਬ ਹੁੰਦਾ ਹੈ, ਮੂਲ ਹੁੰਦਾ ਜੜ, ਤੇ ਉਹ ਕੰਧ ਮੂਲ ਜਿਹੜਾ ਹੈ ਇੱਕ ਖਾਸ ਤਰ੍ਹਾਂ ਦੀ ਦਰਖਤ ਦੀ ਜੜ ਹੁੰਦੀ ਹੈ, ਜਿਹਨੂੰ ਇਹ ਜੋਗੀ ਵਗੈਰਾ ਖਾਂਦੇ ਸਨ ਜਾਂ ਘੋਟਦੇ ਸਨ, ਮੈਨੂੰ ਨਹੀਂ ਪਤਾ, ਲੇਕਿਨ ਇਹ ਉਹਦੇ ਨਾਲ ਫਿਰ ਨਸ਼ਾ ਹੁੰਦਾ ਸੀ, ਇਹ ਸਮਝ ਲਓ ਕਈ ਹਜ਼ਾਰ ਸਾਲ ਪੁਰਾਣਾ ਨਸ਼ਾ ਹੈ। ਕੰਧ ਮੂਲ ਉਜਾੜ ਵਿੱਚ ਖਾਏ ਕੇ ਤੇ ਬਣ ਬਾਸ ਲੈ ਕੇ ਮੌਜਾਂ ਮਾਣਨੇ ਆ, ਬਣ ਦਾ ਮਤਲਬ ਹੈ ਬੇਲਾ, ਜੰਗਲ, ਅਸੀਂ ਜੰਗਲ ਦੇ ਵਿੱਚ ਬਾਸ ਲੈ ਕੇ, ਬਾਸ ਲੈਣਾ ਹੁੰਦਾ ਬਾਸੀ ਹੋਣਾ ਕਿਸੇ ਚੀਜ਼ ਜਗ੍ਹਾ ਦਾ, ਕਿਤੇ ਰਹਿਣ ਵਾਲਾ ਹੋਣਾ, ਉਹਦੇ ਹੋ ਕੇ ਮੌਜਾਂ ਮਾਣਨੇ ਹਾਂ, ਬਘਿਆੜ, ਬਘਿਆੜ ਤੇ ਕਹਿੰਦੇ ਨੇ ਵੁਲਫ ਨੂੰ, ਹਰ ਸ਼ੇਰ, ਹਰ ਸ਼ੇਰ, ਇਹ ਹੁਣ ਦੇਖੋ ਇਹ ਜਿਹੜਾ ਵਾਰਿਸ਼ ਆ ਅਰ ਦਾ ਲਫ਼ਜ਼ ਬੋਲ ਰਿਹਾ ਨਾ, ਇੱਥੋਂ ਹੀ ਉਰਦੂ ਦੇ ਲਫ਼ਜ਼ ਔਰ ਨਿਕਲਿਆ ਹੈ, ਮਤਲਬ ਇਹ ਹੁਣ ਅੱਗੇ ਜਾ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦੇਣਾ ਹੈ ਕਿ ਇਹ ਉਰਦੂ ਦਾ ਔਰ ਸੀ ਜਿਸ ਚੋਂ ਅਰ ਨਿਕਲਿਆ, ਉਰਦੂ ਬਾਰਿਸ਼ਾਹ ਦੇ ਜ਼ਮਾਨੇ 'ਚ ਕਿਹੜੀ ਹੈਗੀ ਸੀ, ਉਹਦੇ ਕੋਈ 150 ਸਾਲ ਵਕਤ ਤੇ ਉਰਦੂ ਪੈਦਾ ਹੋਈ ਹੈ। ਬੁਖਿਆਰ, ਬਘਿਆੜ, ਅਰ ਸ਼ੇਰ, ਅਰ ਮਰਗ, ਅਰ ਮਿਰਗ, ਮਿਰਗ ਮਤਲਬ ਹਿਰਨ, ਚੀਤਾ,
चीता का मतलब है तो चीता ही होंगे जो तुहानू भी पता है। हम तिन्हां दियां सूरतां जानने, असीं तो बस इन्हां दियां शक्लां पछाणने आ। सानू आबादी विच रहण वाले लोकां दी कोई जान पछाण नहीं है। तुमी सुंदरां बैठियां खूबसूरत, तुसी अपने घरां च बैठियां खूबसूरत हो। हमी बूटियां झटियां जानने आ, ते सानू ते जंगल दियां बूटियां ते ਉਹਨਾਂ ਉਹ ਜਿਹੜੀਆਂ ਝਾੜੀਆਂ ਨੇ, ਜੱਟੀਆਂ ਦਾ ਮਤਲਬ ਝਾੜੀਆਂ ਜਿਹੜੀਆਂ ਨੇ ਉਹ ਹੀ ਪਤਾ ਨੇ, ਸਾਨੂੰ ਹੋਰ ਨਹੀਂ ਪਤਾ। ਨਗਰ ਬੀਚ ਨਾ ਆਸਮਾਂ ਪਰਚਦਾ ਹੈ, ਬੀਚ ਦਾ ਮਤਲਬ ਵਿੱਚ, ਨਗਰ ਬੀਚ ਨਗਰ ਦੇ ਵਿੱਚ, ਆਬਾਦੀ ਵਿੱਚ। ਆਤਮਾ ਦਾ ਮਤਲਬ ਹੈ ਰੂਹ, ਸਪਿਰਿਟ। ਪਰਚਣ ਦਾ ਮਤਲਬ ਹੁੰਦਾ ਹੈ ਪਲੀਜ਼ ਹੋਣਾ, ਕਿਸੇ ਚੰਗੀ ਚੀਜ਼ 'ਚ ਪ੍ਰਭਾਵਿਤ ਹੋ ਜਾਣਾ। ਮਿਸਾਲ ਦੇ ਤੌਰ ਤੇ ਕਿਉਂ ਕੋਈ ਨਿਆਣਾ ਰੋ ਰਿਹਾ ਹੈ ਨਾ, ਤੇ ਉਹ ਮਾਂ ਕਹੇਗੀ ਕੋਈ ਚੀਜ਼ ਦੇ ਕੇ ਉਹਨੂੰ, ਤੇ ਕਹੇਗੀ ਉਹਨੂੰ ਪਹੁੰਚਾਉਣ ਲਈ ਕੀਤਾ ਸੀ, ਮੈਂ ਰਾਜ਼ੀ ਕਰਨ ਲਈ ਕੀਤਾ ਸੀ। ਇਹਦੇ ਵਿੱਚ ਥੋੜੀ ਜਿਹੀ ਪਹੁੰਚਾਉਣ ਦੇ ਵਿੱਚ ਥੋੜੀ ਜਿਹੀ ਦੋਗਲਾਪਨ ਵੀ ਹੁੰਦਾ ਹੈ। ਕਿ ਮੇਰਾ ਖਿਆਲ ਹੈ ਕਿ ਉਹ ਜਿਹੜਾ ਜਿੱਥੇ ਉਹ ਕੈਦੋ ਜਿਹੜਾ ਹੈ ਉਹ ਜਦੋਂ ਫਰਿਆਦ ਕਰਦਾ ਛੇੜਿਆਂ ਦੇ ਸਾਹਮਣੇ, ਤੇ ਉੱਥੇ ਵੀ ਪਰਚਣ ਦਾ ਲਫ਼ਜ਼ ਆਇਆ, ਤੇ ਉਹਨੂੰ ਪਰਚਾ ਕੇ ਤੇ ਉਹਨਾਂ ਨੇ ਫਾਰਗ ਕਰ ਦਿੱਤਾ। ਨਗਰ ਬੀਚ ਨਾ ਆਤਮਾ ਪਰਚਦਾ ਹੈ, ਆਬਾਦੀ ਦੇ ਅੰਦਰ ਰਹਿ ਕੇ ਸਾਡੀ ਰੂਹ ਜਿਹੜੀ ਹੈ ਉਹ ਖੁਸ਼ ਨਹੀਂ ਹੁੰਦੀ। ਉਦਿਆਨ, ਉਦਿਆਨ ਦਾ ਮਤਲਬ ਹੈ ਜਿੱਥੇ ਕੋਈ ਆਬਾਦੀ ਨਾ ਹੋਵੇ, ਜੰਗਲ। ਬਹਿ ਕੇ ਤੰਬੂ ਤਾਣਨੇ ਹਾਂ। ਗੁਰੂ ਤੀਰਥ ਜੋ ਵੈਰਾਗ ਹੋਏ, ਯਾਨੀ ਉਹ ਗੁਰੂ ਜਿਹੜੇ ਤੀਰਥਾਂ ਤੇ ਨਹਾਏ ਤੇ ਉਹ ਆਪਣਾ ਜਿਹੜੇ ਦੁਨੀਆ ਨੂੰ ਛੱਡ ਗਏ, ਵੈਰਾਗ ਉਹਨਾਂ ਨੂੰ, ਦੁਨੀਆ ਵੈਰਾਗੀ ਹੋਣਾ ਹੁੰਦਾ ਨਾ, ਕਿ ਦੁਨੀਆ ਨੂੰ ਛੱਡ ਜਾਣਾ। ਰੂਪ ਤਿਨਾਂ ਦੇ ਹਮੀ ਪਛਾਣਨੇ, ਸਾਨੂੰ ਉਹਨਾਂ ਦੀਆਂ ਸ਼ਕਲਾਂ ਯਾਦ ਰਹਿੰਦੀਆਂ ਨੇ, ਸਾਨੂੰ ਹੋਰ ਦੁਨੀਆ ਦੇ ਆਮ ਲੋਕਾਂ ਦੀਆਂ ਸ਼ਕਲਾਂ ਯਾਦ ਨਹੀਂ ਰਹਿੰਦੀਆਂ। ਚਲੋ ਜੀ ਹੁਣ ਇਹ ਬੰਦ ਪੜੋ। ਪਹਿਲਾ ਬੰਦ ਹੈ 309, ਮੁੱਠੀ ਮੁੱਠੀ ਇਹ ਗੱਲ ਨਾ ਕਰੋ ਭੈਣਾ। डॉक्टर साहब आ रही आवाज, मैं पढ़दा? हाँ जी तो आ रही है ਤੁਹਾਡੀ ਆਵਾਜ਼, ਪੜੋ। ਮੁੱਠੀ ਮੁੱਠੀ ਇਹ ਗੱਲ ਨਾ ਕਰੋ ਭੈਣਾ, ਮੈਂ ਸੁਣਦੀ ਮਰ ਜਾਨੀ ਆ, ਮਰ ਗਈ ਜੇ ਨੀ। ਨਾ ਨਾ ਨਾ, ਮੈਂ ਸੁਣਦਿਆਂ ਹੀ ਮਰ ਗਈ ਜੇ ਨੀ। ਮੈਂ ਸੁਣਦਿਆਂ ਹੀ ਮਰ ਗਈ ਜੇ ਨੀ। ਹਾਂਜੀ, ਤੁਸੀਂ ਇਹ ਜਦੋਕਣੀ ਗੱਲ ਟੋਰੀ, ਖਲੀ ਕਲੀ ਹੀ ਮੈਂ ਲੈ ਗਈ ਜੇ ਨੀ। ਗਏ ਟੁੱਟ ਸਤਾਰਨ ਤੇ ਅਕਲ ਡੁੱਬੀ, ਮੇਰੇ ਤੁਖ ਕਲਿਜੜੇ ਪੈ ਜੇ ਨੀ। ਕੀਕੂ ਕੰਨ ਬੜਾਈ ਕੇ ਜੀਵਦਾ, ਗੱਲ ਸੁਣਦਿਆਂ ਹੀ ਜਿੰਦ ਗਈ ਜੇ ਨੀ। ਰੂਵਾਂ ਜਦੋਂ ਸੁਣਿਆ ਉਸਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ। ਮੱਸੂ ਪਿੰਨੇ ਦਾ ਨਾਉ ਜਾ ਲੈਂਦਿਆਂ, ਜਦੋਂ ਸੁਣਦਿਆਂ ਹੀ ਲੁੜ ਗਈ ਜੇ ਨੀ। ਕਿਵੇਂ ਵੇਖੀਏ ਉਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਜਣਾ ਵਿੱਚ ਧੁੰਮ ਪਈ ਜੇ ਨੀ। ਵੇਖਾਂ ਕਿਹੜੇ ਦੇਸ ਦਾ ਉਹ ਜੋਗੀ, ਉਸਥੇ ਕੌਣ ਪਿਆਰੀ ਰੁੱਸ ਗਈ ਜੇ ਨੀ। ਇੱਕ ਪੋਸਤ ਤੂਤਰਾ ਭੰਗ ਪੀ ਕੇ, ਮੌਤ ਉਸਦੇ ਮੁੱਲ ਕਿਉਂ ਲਈ ਜੇ ਨੀ। ਜਿਸ ਦਾ ਮਾਓ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਉਸਦੀ ਰਹੀ ਜੇ ਨੀ। ਭਾਵੇਂ ਭੁੱਖੜਾ ਰਾਹ ਵਿੱਚ ਰਹੇ ਟੱਠਾ, ਕਿਸ ਖਬਰ ਨਾ ਉਸਦੀ ਲਈ ਜੇ ਨੀ। ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ, ਮੈਂ ਤਾਂ ਨਿੱਗੜ ਬੋੜ ਹੋ ਗਈ ਜੇ ਨੀ। ਨਹੀਂ ਰੱਬ ਦੇ ਗਜ਼ਬ ਤੋਂ ਲੋਕ ਡਰਦੇ, ਮੱਥੇ ਲੇਖ ਤੇ ਰੇਖ ਵਹਿ ਗਈ ਜੇ ਨੀ। ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ, ਦਿੱਤਾ ਰੱਬ ਦਾ ਮਾਉ ਸਹਿ ਗਈ ਜੇ ਨੀ। ਇੱਕ ਮਿੰਟ ਡਾਕਟਰ ਸਾਹਿਬ ਥੱਲੇ।
जिस दे सोहणे यार दे कन पाटे, ਉਹ ਤਾਂ ਨੱਡਰੀ ਚੌੜ ਹੋ ਗਈ ਜੇਨੀ। ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖਲਕ ਮਗਰ ਕਿਉਂ ਉਸ ਦੇ ਪੈ ਪਈ ਜੇਨੀ। ਚਲੋ ਜੀ ਅੱਗੇ ਤੁਸੀਂ ਫਾਰੂਕ ਸਾਹਿਬ। ठीक है जी। रब झूठ न करे जे होवे रांझा, तां मैं चौर होई मैनू पटिया सू। अगे अग फिराक दी साड़ सटी, सड़ी बली नू मोड़ के फटिया सू। नाले रन गई नाले कन पाटे, अख इश्क थी नफा की खटिया सू। मेरे वास्ते दुखड़े फिरे जरदा, लोहा ता जीभे नाल चटिया सू। बुकल विच चोरी चोरी हीर होवे, खड़ा नीर दा चा पलटिया सू। होवे चाक पिंडे मिली खाक रांझे, ला नंग ना मूस नू सटिया सू। होया चाक पिंडे मली खाक रांझे। होया चाक पिंडे मली खाक रांझे, ला नंग ना मूस नू सटिया सू। वारिस शाह इस इश्क दे वंज विचों, जफा जाल की खटिया फटिया सू। चलो जी अगे चलो जी मनदीप जी तुसी। हाँ जी सर। गली लाई के किवें लियाओ उसनू, रल पुछिए किहड़े थां दा ई। खे लाई के देश विच फिरे पाउंदा, ते नाम दा कौन कहाउंदा ई। वेखां किहड़े देश दा चौधरी है, ते जात दा कौन सदाउंदा ई। वेखां रोइयों माझियों पट्टियों है, रावी ब्यास दा इक्के च नहाउंदा ई। फिरे तरिंजणा विच खुआर हुंदा, विच वेड़ियां फेरियां पाउंदा ई। वारिस शाह मुड़ टो इस कास दा नी, कोई इस दा भेत ना पाउंदा ई। चलो जी तुसी प्रभ जी रहमान साहब अब्दुल रहमान तुसी पढ़ो। ठीक है सर। लैन जोगी नू आइयां धंबला हूँ, चलो गल बना संवारिए नी। सबे बोलियां जा नमस्कार जोगी, क्यों नी साईं संवारिए प्यारिए नी। वड्डी मेहर हुई इस देश उत्ते, वेड़े हीर दे नू चलो तारिए नी। मंग नगर अतीत ने अजे खाना, बातां शौक दियां चाहे वसारिए नी। मेले खुंब दे हमी अतीत चले, नगर जाई के भेक चतारिए नी। वारिस शाह तुम्ही घरों खा आइयां, वारिस शाह तुम्ही घरों खा आइयां, नाल चावड़ा लियो गटकारिए नी। गुटकारिए नी। हाँ जी आई चलो जी प्रभ जी। प्रभजोत जी। रसम जग दी करो अतीत साईं, साडियां सूरतां वल ध्यान कीजे। अजू खेड़े दे वेहड़े नू करो फेरा, जरा हीर दी तरफ ध्यान कीजे। वेहड़ा महर दा चलो विखा लियाइए, सहती मोहनी ते नजर आन कीजे। वारिस वेखिए घरा सरदार दियां नू, अजी साहिबो ना गुमान कीजे। हाँ जी चलो सारा अगला तुसी पढ़ दियो। जी सर। हमी बड़े फकीर सत पेड़ हई। नहीं हमी बड़े फकीर पीढ़ी पीढ़ी हमी बड़े फकीर सच पीढ़ी हाँ, रस्म जगदी हमें ना जानती हाँ। कंध मोल उजाड़ विच खाई के, ते बन बास लैके मौजा मानती हाँ। बग्यार और शेर और मर्ग चीते हमें तिन्हा दियां सूरतां जानती हाँ। तुम्ही सुंदरा बैठियां खूबसूरत, हमें बूटियां छटियां जानती हाँ। नगर बीच ना आत्मा परचदा है, एदियां बह के तंबू तानी हाँ। गुरु तीरथ जोग बैराग हुए, रूप तिन्हा दे हमें पहचानती हाँ। अजे मैं पढ़िया तो नहीं है, लेकिन अपना विकल्प जी तुसी पढ़ दियो, कोई गल नहीं, मैं फिर कर देना है। पिछों होर आईयां मुटियार कुड़ियां, वेख रांझणे नू। नहीं ए तुहाडे कोल नहीं होल्ड करो। ए किहड़ा बंदा जी? 315 सियां देखो। 315 तो मस्त अलस जोगी।
ਸਰ ਇਹ ਨਹੀਂ ਹੈਗਾ ਇਸ ਮੇਰੇ ਨੁਸਖੇ 'ਚ ਹੈ, ਬੰਦ ਨਹੀਂ ਹੈਗਾ। ਅੱਛਾ ਚਲੋ ਫਿਰ ਮੈਨੂੰ ਪੜਨ ਦਿਓ। ਸਰ ਤੁਹਾਡੀ ਕਿਤਾਬ ਵਿੱਚ ਜਿਹੜਾ ਹੈ ਨਾ, ਤੁਹਾਡੀ ਕਿਤਾਬ ਵਿੱਚ ਇੱਕ 314 ਬੇ ਵੀ ਹੈ, ਉਹ ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਵੇਖ ਰਾਂਝੇ ਨੂੰ ਹੋਰ ਛੱਤ ਹੋਈਆਂ। ਹਾਂ ਇੱਥੇ ਨਹੀਂ, ਮੇਰੇ ਕੋਲ ਨਹੀਂ ਹੈਗਾ ਉਹ। ਅੱਛਾ ਠਹਿਰੋ ਜ਼ਰਾ। ਅੱਛਾ ਜੀ, ਇਹ ਤੁਸੀਂ ਜਿਹੜਾ ਕਹਿ ਰਹੇ ਹੋ ਇਹ ਵਾ, ਇਹ ਮੈਂ ਦੂਸਰੇ ਕਿਸੇ ਨੁਸਖੇ ਚੋਂ ਦੇਖ ਰਿਹਾ। ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਵੇਖ ਰਾਂਝੇ ਨੂੰ ਮੋਰ ਛੱਤ ਹੋਈਆਂ। ਅੱਖੀਂ ਟੱਡੀਆਂ ਰਿਓ ਨੇ ਮੁਖ ਮੀਟੇ, ਟੰਗਾਂ ਬਾਹਾਂ ਬਗਾ ਬੇ ਸੱਤ ਹੋਈਆਂ। ਅਨੀ ਆਓ ਖਾਂ ਪੁੱਛੀਏ ਨੱਡੜੇ ਨੂੰ, ਦੇਹਾਂ ਵੇਖ ਜੋਗੀ ਉਦਮਤ ਹੋਈਆਂ। ਧੁੱਪੇ ਆਂਖ ਖਲੋਤੀਆਂ ਵੇਖਦੀਆਂ ਨੇ, ਮੁੜ ਕੇ ਡੁੱਬੀਆਂ ਤੇ ਰਤੋ ਰਤ ਹੋਈਆਂ। ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ, ਇਹ ਵੈਸੇ ਮੈਨੂੰ ਲੱਗਦਾ ਹੈ ਕਿ ਭਰਤੀ ਦਾ ਬੰਦ ਹੈ, ਲੇਕਿਨ ਚਲੋ ਪੜ੍ਹ ਲੈਂਦੇ ਹਾਂ। ਪਿੱਛੋਂ ਹੋਰ ਆਈਆਂ, ਹੋਰ ਕੁੜੀਆਂ ਆ ਗਈਆਂ ਨੇ, ਪਹਿਲੇ ਤੇ ਕੁੜੀਆਂ ਦਾ ਟੋਲਾ ਆਇਆ ਸੀ, ਫਿਰ ਹੋਰ ਆ ਗਈਆਂ ਨੇ। ਵੇਖ ਰਾਂਝਣੇ ਨੂੰ ਮੋਰ ਛੱਤ ਹੋਈਆਂ। ਮੋਰ ਛੱਤ ਹੋਣਾ ਪਰੇਸ਼ਾਨ ਹੋ ਜਾਣਾ। ਅੱਖੀਂ ਟੱਡੀਆਂ ਰਿਓ ਨੇ ਮੁਖ ਮੀਟੇ, ਉਹਨੂੰ ਵੇਖ ਕੇ ਰਾਂਝੇ ਨੂੰ ਉਹਨਾਂ ਦੀਆਂ ਅੱਖੀਆਂ ਹੈਰਾਨੀ ਦੇ ਨਾਲ ਟੱਡੀਆਂ ਹੀ ਰਹਿ ਗਈਆਂ ਨੇ, ਖੁੱਡੀਆਂ ਹੀ ਰਹਿ ਗਈਆਂ ਨੇ, ਤੇ ਮੂੰਹ ਜਿਹੜੇ ਨੇ ਉਹ ਬੰਦ ਹੋ ਗਏ ਨੇ, ਮਤਲਬ ਇਹ ਹੈ ਹੈਰਾਨੀ ਦੇ ਨਾਲ। ਟੰਗਾਂ ਬਾਹਾਂ ਵਗਾ ਬੇਸੱਤ ਹੋਈਆਂ, ਤੇ ਉਹਨਾਂ ਦੀਆਂ ਬਾਹਾਂ ਤੇ ਲੱਤਾਂ ਜਿਹੜੀਆਂ ਸਨ ਉਹਨਾਂ ਵਿੱਚ ਜਾਨ ਨਹੀਂ ਰਹੀ, ਬੇਸੱਤ ਹੋਈਆਂ, ਬੇਜਾਨ ਹੋ ਗਈਆਂ। ਅਨੀ ਆਓ ਖਾਂ ਪੁੱਛੀਏ ਨੱਡੜੇ ਨੂੰ, ਅਨੀ ਆਓ ਪੁੱਛੀਏ, ਇਸ ਨੱਡੜੇ ਨੂੰ ਪੁੱਛੀਏ, ਇਸ ਜਵਾਨ ਮੁੰਡੇ ਨੂੰ ਪੁੱਛੀਏ। ਦੇਹਾਂ ਵੇਖ ਜੋਗੀ ਉਦਮਤ ਹੋਈਆਂ, ਉਹ ਜੋਗੀ ਦਾ ਜਿਸਮ ਦੇਖ ਕੇ ਤੇ ਦੇ ਆਰ ਸੈਕਸੁਅਲੀ ਅਟਰੈਕਟਿਵ, ਉਦਮਤ ਹੋਈਆਂ, ਸੈਕਸੁਅਲੀ ਅਟਰੈਕਟਡ। ਧੁੱਪੇ ਆਂਖ ਖਲੋਤੀਆਂ ਵੇਖਦੀਆਂ ਨੇ, ਉਹ ਆ ਕੇ ਸਾਰੀਆਂ ਧੁੱਪੇ ਖਲੋਤੀਆਂ ਨੇ। ਦੇਹਾਂ ਖਲੋਤੀਆਂ ਨੇ, ਮੁੜ ਕੇ ਡੁੱਬੀਆਂ ਤੇ ਰਤੋ ਰਤ ਹੋਈਆਂ। ਉਹਨਾਂ ਨੂੰ ਜਿਹੜਾ ਪਸੀਨੋ ਪਸੀਨੀ ਹੋ ਗਈਆਂ ਨੇ, ਤੇ ਮੂੰਹ ਉਹਨਾਂ ਦੇ ਜਿਹੜੇ ਨੇ ਉਹ ਗਰਮੀ ਦੇ ਨਾਲ ਲਾਲ ਹੋ ਗਏ ਨੇ। ਅੱਛਾ ਜੀ, ਅਗਲਾ ਚਲੋ ਜੀ। ਸਰ ਮੂਰਛਤ ਦਾ ਮੀਨਿੰਗ ਇੰਟੌਕਸੀਕੇਟਡ ਨਹੀਂ ਹੁੰਦਾ? ਹਾਂ ਉਹ ਵੀ ਹੈਗਾ, ਉਹ ਵੀ ਹੈ, ਹਾਂ ਇੰਟੌਕਸੀਕੇਟਡ ਵੀ ਹੈ, ਠੀਕ ਹੈ, ਉਹ ਵੀ ਹੈਗਾ। ਸਈਓ ਵੇਖੋ ਤੋਂ ਮਸਤ ਅਲਸਤ ਜੋਗੀ, ਜਿੰਦਾ ਰੱਬ ਦੇ ਨਾਲ ਧਿਆਨ ਹੈ ਨੀ। ਇਹਨਾਂ ਭੋਰਾਂ ਨੂੰ ਆਸਰਾ ਰੱਬ ਦਾ ਹੈ, ਘਰ ਰੱਬ ਬਾਰ ਨਾ ਤਾਣ ਨਾ ਮਾਣ ਹੈ ਨੀ। ਸੋਨੇ ਵੰਨੜੀ ਦਹੀ ਨੂੰ ਖੇ ਕਰਕੇ, ਰੁਲਣ ਖਾਕ ਵਿੱਚ ਫਕਰ ਦੀ ਬਾਣ ਹੈ ਨੀ। ਸੋਨਾ ਫੁੱਲ ਗੁਲਾਬ ਮਾਸ਼ੂਕ ਨੱਡਾ, ਰਾਜ ਪੁੱਤਰ ਤੇ ਸੁਗੜ ਸਜਾਨ ਹੈ ਨੀ। ਜਿਨ੍ਹਾਂ ਭੰਗ ਪੀਤੀ ਸਵਾਹ ਲਾ ਬੈਠੇ, ਉਹਨਾਂ ਮਾਣੂਆਂ ਨੂੰ ਕਈ ਕਾਣ ਹੈ ਨੀ। ਜਿਵੇਂ ਅਸੀਂ ਮੁਟਿਆਰੀਆਂ ਰੰਗ ਭਰੀਆਂ, ਤਿਵੇਂ ਇਹ ਵੀ ਸਾਡੇ ਹਾਣ ਦਾ ਨੀ। ਆਓ ਪੁੱਛੀਏ ਕਿਹੜੇ ਦੇਸ਼ ਦਾ ਹੈ, ਅਤੇ ਇਸ ਦਾ ਕੌਣ ਮਕਾਨ ਹੈ ਨੀ। ਸਈਓ ਵੇਖੋ ਤੇ ਮਸਤ ਅਲਸਤ ਜੋਗੀ, ਯਾਨੀ ਇਹ ਮਸਤ ਅਲਸਤ ਦਾ ਮਤਲਬ ਹੈ ਬਿਲਕੁਲ ਮਸਤੀ ਦੇ ਨਾਲ ਵਿੱਚ ਰਹਿੰਦਾ ਹੈ। ਇਹਦਾ ਧਿਆਨ ਜਿਹੜਾ ਸਿਰਫ ਰੱਬ ਵੱਲ ਹੈ, ਜਿੰਦਾ ਰੱਬ ਦੇ ਵੱਲ ਧਿਆਨ ਹੈ ਨਹੀਂ। ਇਸ ਮਸਤ ਅਲਸਤ ਜੋਗੀ ਦਾ ਸਿਰਫ ਧਿਆਨ ਜਿਹੜਾ ਹੈ, ਕੰਸਨਟ੍ਰੇਸ਼ਨ ਰੱਬ ਤੇ ਹੈ। ਇਹਨਾਂ ਭੋਰਾਂ ਨੂੰ ਆਸਰਾ ਰੱਬ ਦਾ ਹੈ। ਇਹ ਜਿਹੜੇ ਭੰਵਰੇ ਨੇ, ਇਹਨਾਂ ਨੂੰ ਸਿਰਫ ਰੱਬ ਦਾ ਹੀ ਸਹਾਰਾ ਹੁੰਦਾ ਹੈ, ਹੋਰ ਕਿਸੇ ਬੰਦੇ ਦਾ ਸਹਾਰਾ ਨਹੀਂ ਹੁੰਦਾ। ਘਰ ਬਾਰ, ਨਾ ਤੇ ਘਰ ਬਾਰ ਇਹਨਾਂ ਦਾ, ਨਾ ਤਾਣ, ਤਾਣ ਦਾ ਮਤਲਬ ਹੈ ਤਾਕਤ, ਤੇ ਨਾ ਮਾਣ, ਤੇ ਨਾ ਹੀ ਕੋਈ ਗਰੂਰ ਹੈ, ਜਾਂ ਕੋਈ ਮਾਣ ਹੈਗਾ ਆਪਣੇ ਆਪ ਤੇ।
बिना ताकत ते बिना मान दे ने सोने विनड़ी दही नू खे करके सोने विनड़ी सोने वर्गी दही जिस्म जुस्सा सोने वगैरह जुस्से नू इन्हां ने खे कर लिया है खे कर लिया मिट्टी कर दिता है रुन फकर खाक विच फकर दी बाण है नहीं ते खाक दे विच रुलना फकीर दा तरीका है फकीर दा फकीर दी ईमान है या ओदा राह इस तरह दा सोना फुल गुलाब मशूक नड्डा ये तो तुहानू समझ आ ही गया होना है नड्डे का मतलब जवान मुंडा राजपुत्र ये किसी राजे का पुत्र है ते सुगड़ सजान है नहीं ते ये बहुत ही अप्रोप्रीएट चीज़ां नू समझदा है ते बड़ा सुगड़ भी है ते सियाना भी है जिन्ना भंग पीती स्वाह ला बैठे उन्ना मानूआं नू की कान है नहीं वो लोग वो बंदे इस तरह दे जिन्हां ने भंग पीती ते अपने जुस्से नू दे उत्ते स्वाह मड़ लई उन्ना मानू कहंदे ने बंदे नू जिवें असीं कहंदे आ ना बंदा मर्द ते ये मानू कहंदे ने सिंधी च भी मानू कहंदे ने उन्ना मानूआं नू कई कान है नहीं मतलब जो सिंधी च आम हुण मानू कहंदे ने साडे हाँ नहीं हुण कहंदे लेकिन जिहड़ा वारिस शाह ने मानू वरतिया है ਇਹਦਾ मतलब ये है कि सिंधी ते पंजाबी पिछोकड़ विच एक ही जबान सन ਜਿਹੜੀਆਂ ਬਾਅਦ ਚ ਥੋੜੀਆਂ ਵੱਖਰੀਆਂ ਹੋ ਗਈਆਂ ਹੁਣ ਵੀ ਵੈਸੇ ਜਿਹੜੀ ਸਿੰਧੀ ਦੀ ਵੋਕੈਬਲਰੀ ਹੈ ਉਹ ਕੋਈ 80% ਪੰਜਾਬੀ ਨਾਲ ਮਿਲਦੀ ਹੈ ਇਸ ਵਾਸਤੇ ਤੁਸੀਂ ਉਹਨੂੰ ਸਮਝ ਥੋੜਾ ਜਿਹਾ ਧਿਆਨ ਕਰੋ ਤਾਂ ਤੁਹਾਨੂੰ ਸਮਝ ਆ ਜਾਂਦੀ ਹੈ ਜਿਵੇਂ ਅਸੀਂ ਮੁਟਿਆਰੀਆਂ रंग भरियां जिवें असी मुटियारियां यानी कुआरियां जवान कुड़ियां है तिवें ये भी साडा हाण है नहीं ये भी साडी उम्र दा है ये साडा हम उम्र है साडी उम्र दा है आओ पुछिए किहड़े देश दा है अते इस दा कौन मकान है नहीं आप ते किहड़े देश चों आया ते इहदा कित्थे घर है अच्छा तुसीं देखोगे इहदे विच ਜਿਹੜੀਆਂ ਕੁੜੀਆਂ ਤੇ ਹੋਰ ਹੀਰ ਦੇ ਡਾਇਲਾਗ ਨੇ ਤੇ ਦੂਜਿਆਂ ਦੇ ਉਹਦੇ ਵਿੱਚ ਜਿਹੜਾ ਐਮਫੈਸਿਸ ਹੈ ਉਹ ਦੇਸ਼ ਦਾ ਹੈ ਇਹ ਕਿਹੜੇ ਦੇਸ਼ ਦਾ ਹੈ ਕਿਹੜੀ ਜ਼ਾਤ ਦਾ ਹੈ ਕਿਹੜੀ ਚੌਧਰੀ ਦਾ ਪੁੱਤਰ ਹੈ ਮਤਲਬ ਉਦੋਂ ਜਿਹੜੀ ਪਛਾਣ ਹੈ ਬੰਦੇ ਦੀ ਉਹ ਉਹਦੇ ਪਿੰਡ ਨਾਲ ਉਹਦੇ ਇਲਾਕੇ ਨਾਲ ਜਾਂ ਉਹਦੇ ਟੱਬਰ ਨਾਲ ਹੁੰਦੀ ਸੀ ਬੰਦੇ ਦੀ ਆਪਣੀ ਕੋਈ ਪਛਾਣ ਨਹੀਂ ਸੀ मैं तुहानू पहले भी कहा सी कि मेरी अपनी होश जे हुण मेरे घर बंदा जा किसी को गया किसी मैं काम गया किसी अनजान बंदे को तो पहला सवाल ये करेगा किहदा है किसके हो ये नहीं कहेगा तू कौन है किहदा है अच्छा चलो जी अगे सुनी जोगिया गबरा छेल बांके नैना खीविया मस्त दीवानिया वे कन्नी मुंदरा खपरी नाद संगी गल सैलियां ते हथ गानिया वे विचों नैन हसन होठ ना होठ भेस दसन अखी मीट दा नाल बहानिया वे किस मुन्नियों किस कन पाड़ियो नी सच्चो सच ही दस मस्ताने वे इस उम्र की वादे पै तैनू क्यों भौना है देश बगाने वे किसे रन भाभी बोली मारिया ही एक साड़िया सू नाल तानिया दे विच त्रिंजना पवे विचार तेरी होए जिक्र तेरा चक्की हानिया वे वारे शाह गुमान न पवी मियाँ ओए हीर दिया माल खजाने वे सुनी जोगिया गबरूआ छेल बांके ये तो तुहानू मेरा ख्याल पता ही है हुण नैना खीविया
इन नशे च जदियां अखां होण मस्त दीवानियां वे कन्नी मुंदरा ने खपरिया चरिया च नाद है ते सिंगी है गल सैलियां गल च सैलियां तो पाइयां ने जिहड़ी मैं दस चुकियां की होंदियां ने ते हत्थ गानियां वे ते हत्थ दे उत्ते गानी बनी है गाना जिवें बनदे ने ना ਵਿਆਹ ਸ਼ਾਦੀ ਤੋਂ ਹੁਣ ਤੇ ਵਿਆਹਾਂ ਤੇ ਵੀ ਨਹੀਂ ਬੰਨਿਆ ਜਾਂਦਾ ਤੇ ਪਹਿਲੇ ਤੇ ਗਾਨਾ ਬੰਨਿਆ ਜਾਂਦਾ ਸੀ ਵਿੱਚੋਂ ਨੈਣ ਹੱਸਣ ਹੋਂਠ ਭੇਤ ਦੱਸਣ ਤੇਰੇ ਅੱਖਾਂ ਜਿਹੜੀਆਂ ਨੇ ਵਿੱਚੋਂ ਹੱਸ ਰਹੀਆਂ ਨੇ ਤੇ ਤੇਰੇ ਹੋਂਠ ਜਿਹੜੇ ਨੇ ਉਹ ਤੇਰਾ ਰਾਜ਼ ਦੱਸ ਰਹੇ ਨੇ ਅੱਖੀ ਮੀਟ ਦਾ ਨਾਲ ਬਹਾਨਿਆਂ ਵੇ ਤੂੰ ਬਹਾਨਿਆਂ ਨਾਲ ਅੱਖੀਆਂ ਮੀੜਨਾ ਕਿਉਂਕਿ ਤੇਰੀਆਂ ਅੱਖੀਆਂ ਜਿਹੜੀਆਂ ਨੇ ਉਹ ਤੇ ਤੇਰੇ ਹੋੜ ਜਿਹੜੇ ਨੇ ਉਹ ਤੇਰਾ ਭੇਦ ਦੱਸ ਰਹੇ ਨੇ ਅਸੀਂ ਲੋਕਾਂ ਵੀ ਲੈਣਾ ਕਿਸ ਮੁੰਨਿਓ ਮੁੰਨਣ ਦਾ ਮਤਲਬ ਸ਼ੇਵ ਕਰਨਾ ਕਿੰਨੇ ਤੈਨੂੰ ਸ਼ੇਵ ਕੀਤਾ ਕਿਸ ਪਾੜਿਓ ਹੀ ਕੰਨ ਕਿਸ ਪਾੜਿਓ ਨੇ ਮਤਲਬ ਤੇਰੇ ਕੰਨ ਕਿੰਨੇ ਪਾੜੇ ਨੇ ਤੇਰਾ ਵਤਨ ਹੈ ਕੌਣ ਦੀਵਾਨਿਆਂ ਵੇ ਤੇ ਕਿਹੜੇ ਇਲਾਕੇ ਦਾ ਤੂੰ ਹੈਗਾ कौन जात है काश तो जोग लितो तेरी जात केड़ी है ते तू जोग कादे ले लिया है सच्चो सच ही दस मस्तानिया वे इस उम्र की वादे पैदन वादे का मतलब है मुश्किलां तकलीफां हर्डल्स इस छोटी जी उम्र च तेनू की मुसीबत पई है क्यों भौना है देश बगानिया वे ਕਿ ਤੂੰ ਇਸ ਛੋਟੀ ਜਿਹੀ ਉਮਰ ਦੇ ਵਿੱਚ ਅਣਜਾਣ ਥਾਵਾਂ ਦੇ ਉੱਤੇ ਘੁੰਮ ਰਿਹਾ ਹੈ ਤੇ ਤੈਨੂੰ ਕੀ ਤੈਨੂੰ ਮੁਸੀਬਤ ਆਈ ਹੈ ਕਿਸੇ ਰਨ ਭਾਬੀ ਬੋਲੀ ਮਾਰਿਆ ਹੀ ਕੀ ਤੇਰੀ ਰਨ ਨੇ ਯਾਨੀ ਤੇਰੀ ਬੀਵੀ ਨੇ ਜਾਂ ਤੇਰੀ ਕਿਸੇ ਭਰਜਾਈ ਨੇ ਤੈਨੂੰ ਬੋਲੀ ਮਾਰੀ ਯਾਨੀ ਤਾਨਾ ਦਿੱਤਾ ਹੈ ਹਿੱਕ ਸਾੜਿਆ ਸੂਰ ਨਾਲ ਤਾਨਿਆਂ ਦੇ ਤੇ ਯਾਰ ਤੇਰੀ ਹਿੱਕ ਜਿਹੜੀ ਆ ਸੀਨਾ ਜਿਹੜਾ ਉਹ ਤਾਨੇ ਮਾਰ ਕੇ ਕਿਸੇ ਨੇ ਸਾੜਿਆ ਹੈ ਵਿੱਚ ਤ੍ਰਿੰਜਣਾ ਪਵੇ ਵਿਚਾਰ ਤੇਰੀ ਤ੍ਰਿੰਜਣਾ ਦੇ ਬਾਰੇ ਵਿੱਚ ਜਿੱਥੇ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਉੱਥੇ ਤੇਰੇ ਬਾਰੇ ਵਿੱਚ ਬੜਾ ਗੌਰ ਕੀਤਾ ਜਾਂਦਾ ਹੈ ਹੋਏ ਜ਼ਿਕਰ ਤੇਰਾ ਚੱਕੀ ਖਾਣੀਆਂ ਵੇ ਤੇ ਜਿੱਥੇ ਚੱਕੀ ਪੀਣ ਲਈ ਔਰਤਾਂ ਖੜੀ ਹੁੰਦੀਆਂ ਬੰਦੀਆਂ ਨੇ ਉੱਥੇ ਵੀ ਤੇਰਾ ਜ਼ਿਕਰ ਹੁੰਦਾ ਹੈ ਵਾਰਿਸ਼ਾ ਗੁਮਾਨ ਨਾ ਪਵੀ ਮੀਆਂ ਵਾਰਿਸ਼ਾ ਕਿਸੇ ਗੁਮਾਨ ਚ ਨਾ ਪਵੀ ਕਿਸੇ ਮਤਲਬ ਵਡਿਆਈ ਚ ਨਾ ਆ ਜਾਵੀਂ ਜਾਂ ਕਿਸੇ ਸ਼ੱਕ ਚ ਨਾ ਪਈ ਓਏ ਹੀਰ ਦਾ ਮਾਲ ਖਜ਼ਾਨਿਆਂ ਵੇ ਕਿਉਂਕਿ ਤੂੰ ਤੇ ਹੀਰ ਦਾ ਮਾਲ ਖਜ਼ਾਨਾ ਹੈ ਤੂੰ ਹੋਰ ਇਧਰ ਉਧਰ ਜਿਹੜਾ ਹੈ ਨਾ ਉਹ ਕਿਸੇ ਚੱਕਰ ਚ ਨਾ ਪਵੀ ਇਹ ਹੁਣ ਅਗਲਾ ਜਿਹੜਾ ਨਾ ਇਹ ਮੇਰਾ ਵੀ ਬਹੁਤ ਫੇਵਰੇਟ ਬੰਦ ਹੈਗਾ ਕਿਉਂਕਿ ਇਹਦੇ ਵਿੱਚ ਮੇਰੇ ਖਿਆਲ 'ਚ ਜੋਗ ਦਾ ਜਿਹੜਾ ਤੱਤ ਹੈ ਉਹ ਵਾਰਿਸ਼ਾਹ ਨੇ ਦੱਸਿਆ ਹੈ ਰਾਂਝਾ ਆਖਦਾ ਖਿਆਲ ਨਾ ਪਾਓ ਮੇਰੇ ਸ਼ੀ ਸੱਪ ਫਕੀਰ ਦਾ ਦੇਸ ਕਿਹਾ ਕੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ ਅਸਾਂ ਜ਼ਾਤ ਸਿਫਾਤ ਤੇ ਭੇਸ ਕਿਹਾ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਖ ਕਬੀਲੜਾ ਖੇਸ਼ ਕਿਹਾ ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ ਦੁਨੀਆ ਨਾਲ ਪੈਬੰਦ ਹੈ ਅਸਾਂ ਕਿਹਾ ਪੱਥਰ ਜੋੜਨਾ ਨਾਲ ਸੁਰੇਸ਼ ਕਿਹਾ ਸਭਾ ਖਾਕ ਦਰ ਖਾਕ ਫਨਾ ਹੋਣਾ ਵਾਰਿਸ਼ਾ ਫਿਰ ਤਿਨਾਂ ਕਲੇਸ਼ ਕਿਹਾ ਰਾਂਝਾ ਉਹਨਾਂ ਕੁੜੀਆਂ ਨੂੰ ਕਹਿੰਦਾ ਮੇਰੇ ਖਿਆਲ ਨਾ ਪਵੋ ਇਹ ਜਿਹੜੇ ਤੁਸੀਂ ਸਾਰੇ ਸਵਾਲ ਕਰ ਰਹੀਆਂ ਹੋ ਤੇਰਾ ਨਾਂ ਕੀ ਹੈ ਤੇਰੀ ਜ਼ਾਤ ਕੀ ਹੈ ਤੂੰ ਕਿਹੜੇ ਦੇਸ਼ ਤੋਂ ਹੈ ਤੇ ਤੈਨੂੰ ਕਿਸੇ ਭਰਜਾਈ ਨੇ ਕੱਢਿਆ ਭੈਣ ਨੇ ਕੱਢ ਮਾਂ ਤੇਰੀ ਬੀਵੀ ਨੇ ਤੈਨੂੰ ਕੱਢਤਾ ਵਗੈਰਾ ਵਗੈਰਾ ਇਹ ਜਿਹੜੇ ਤੁਸੀਂ ਸਾਰੇ ਸਵਾਲ ਕਰ ਰਹੀਆਂ ਹੋ ਇਹ ਤੁਸੀਂ ਐਵੇਂ ਮੇਰੇ ਪਿੱਛੇ ਪਈਆਂ ਹੋਏ ਇਹ ਸਵਾਲ ਕਰਨ ਵਿੱਚ ਰਾਂਝਾ ਆਖਦਾ ਖਿਆਲ ਨਾ ਪਾਓ ਮੇਰੇ
ਤੁਸੀਂ ਮੇਰੇ ਬਾਰੇ 'ਚ ਇਹ ਗੱਲਾਂ ਖਿਆਲ 'ਚ ਨਾ ਲਿਆਓ, ਮੈਨੂੰ ਐਵੇਂ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਨਾ ਲਾਓ। ਸੱਪ ਸ਼ੀ ਫਕੀਰ ਦਾ ਦੇਸ਼ ਕਿਹਾ, ਸੱਪ ਤੇ ਸ਼ੇਰ ਤੇ ਫਕੀਰ ਦਾ ਕੋਈ ਦੇਸ਼ ਨਹੀਂ ਹੁੰਦਾ, ਕੋਈ ਵਤਨ ਨਹੀਂ ਹੁੰਦਾ। ਕੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ, ਜਿਵੇਂ ਕੂੰਜਾਂ ਤੇ ਜਿਹੜੇ ਕੂੰਜ ਹੈ ਤੇ ਮਮੋਲਾ ਹੈ, ਮਮੋਲਾ ਛੋਟਾ ਜਿਹਾ ਬਰਡ ਹੁੰਦਾ ਹੈ ਤੇ ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਬਹੁਤ ਸੋਹਣੀਆਂ ਹੁੰਦੀਆਂ ਨੇ। ਜਿਵੇਂ ਬਾਦਸ਼ਾਹ ਨੇ ਪਹਿਲੇ ਉਹਦੀ ਹੀਰ ਦੀ ਤਾਰੀਫ 'ਚ ਕਿਹਾ ਸੀਗਾ ਕਿ ਨੈਣ ਮਮੋਲੜੇ ਦੇ, ਉਹਦੀਆਂ ਅੱਖਾਂ ਜਿਹੜੀਆਂ ਮਮੋਲੇ ਹੋ ਗਈਆਂ ਨੇ। ਉਹ ਕੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ, ਇਹ ਮਾਈਗ੍ਰੇਟਰੀ ਬਰਡਸ ਨੇ। ਇਹ 6 ਮਹੀਨੇ ਗਰਮ ਥਾਵਾਂ ਤੇ ਰਹਿੰਦੇ ਨੇ ਤੇ 6 ਮਹੀਨੇ ਬਾਅਦ ਫਿਰ ਜਿੱਥੋਂ ਦੇ ਹੁੰਦੇ ਨੇ ਉੱਥੇ ਵਾਪਸ ਚਲੇ ਜਾਂਦੇ ਨੇ। ਜਿਵੇਂ ਸਾਈਬੇਰੀਆ ਤੋਂ ਕੂੰਜਾਂ ਤੇ ਮਮੋਲੇ ਜਿਹੜੇ ਨੇ ਉਹ ਸਬ ਕੰਟੀਨੈਂਟ ਵਿੱਚ ਆਉਂਦੇ ਨੇ। ਤੇ ਕੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ, ਜਿਵੇਂ ਉਹਨਾਂ ਦਾ ਕੋਈ ਦੇਸ਼ ਨਹੀਂ ਹੈਗਾ, ਸਾਡਾ ਵੀ ਕੋਈ ਦੇਸ਼ ਨਹੀਂ ਹੈਗਾ। ਅਸਾਂ ਜ਼ਾਤ ਸਿਫਾਤ ਤੇ ਭੇਸ ਕੀਆ, ਕਿ ਸਾਡੀ ਕਾਸਟ ਜਾਂ ਸਾਡੀ ਜਿਹੜੇ ਕਰੈਕਟਰਿਸਟਿਕਸ ਨੇ ਜਾਂ ਸਾਡਾ ਭੇਸ ਕੀ ਹੈ, ਅਸੀਂ ਕੀ ਕੱਪੜੇ ਪਾਏ ਨੇ, ਕਿਸ ਤਰ੍ਹਾਂ ਦਾ ਰੂਪ, ਕਿਸ ਤਰ੍ਹਾਂ ਦੇ ਰੂਪ ਵਿੱਚ ਹੈ, ਇਹ ਕੁਛ ਵੀ ਨਹੀਂ ਹੈਗਾ। ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਅਸੀਂ ਜਿੱਥੇ ਸਾਹ ਲੈਂਦੇ ਹਾਂ ਦਮਾਂ ਦੇ ਨਾਲ, ਸਾਹਾਂ ਦੇ ਨਾਲ, ਜਿੱਥੇ ਅਸੀਂ ਸਾਹ ਲੈਂਦੇ ਹਾਂ ਉਹੋ ਹੀ ਸਾਡਾ ਵਤਨ ਹੁੰਦਾ ਹੈ। ਤੇ ਜ਼ਾਤ ਜੋਗੀ, ਤੇ ਜੋਗੀ ਸਾਡੀ ਜ਼ਾਤ ਹੈ, ਤੇ ਮਤਲਬ ਵਤਨ ਸਾਡਾ ਉਹੋ ਹੀ ਹੁੰਦਾ ਹੈ ਜਿੱਥੇ ਅਸੀਂ ਸਾਹ ਲੈ ਰਹੇ ਹੋਈਏ। ਸਾਨੂੰ ਸਾਕ ਕਬੀਲੜਾ ਖੇਸ਼ ਕਿਹਾ, ਸਾਨੂੰ ਸਾਕ ਦਾ ਮਤਲਬ ਰਿਸ਼ਤੇਦਾਰੀ, ਕਬੀਲਾ, ਖੇਸ਼ ਦਾ ਮਤਲਬ ਆਪਣਾ, ਇਹ ਫਾਰਸੀ ਦਾ ਲਫ਼ਜ਼ ਹੈ, ਇਹਦਾ ਮਤਲਬ ਹੁੰਦਾ ਆਪਣਾ। ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ, ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਕਰਦਾ ਹੈ, ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ, ਉਹ ਦੁਨੀਆਦਾਰ ਬੰਦਾ ਹੁੰਦਾ ਹੈ, ਉਹ ਦਰਵੇਸ਼ ਬਰਵੇਸ਼ ਕੁਛ ਨਹੀਂ ਹੁੰਦਾ। ਦੁਨੀਆ ਨਾਲ ਪੈਵੰਦ ਹੈ ਅਸਾਂ ਕਿਹਾ, ਪੈਵੰਦ ਦਾ ਮਤਲਬ ਹੈ ਜੋੜ। ਸਾਡਾ ਦੁਨੀਆ ਦੇ ਨਾਲ ਕੀ ਜੋੜ ਹੈ? ਸਾਡਾ ਦੁਨੀਆ ਦੇ ਨਾਲ ਕੋਈ ਜੋੜ ਨਹੀਂ ਹੈ। ਪੱਥਰ ਜੋੜਨਾ ਨਾਲ ਸੁਰੇਸ਼ ਕਿਹਾ, ਸੁਰੇਸ਼ ਦੇ ਨਾਲ, ਸੁਰੇਸ਼ ਤੁਹਾਨੂੰ ਪਤਾ ਗੂੰਦ ਹੁੰਦੀ ਹੈ ਇੱਕ, ਉਹਦੇ ਨਾਲ ਮੁਖਤਲਿਫ ਚੀਜ਼ਾਂ ਨੂੰ ਮਿਸਤਰੀ ਲੋਕ ਜੋੜਦੇ ਨੇ। ਤੇ ਉਹ ਇੱਥੇ ਇਹ ਕਹਿ ਰਿਹਾ ਕਿ ਸਾਨੂੰ ਸਾਡਾ ਇਹ ਨਹੀਂ, ਮਤਲਬ ਸਾਡਾ ਦੁਨੀਆ ਦੇ ਨਾਲ ਤਲਕ ਉਵੇਂ ਹੀ ਹੈ ਜਿਵੇਂ ਪੱਥਰ ਤੇ ਪੱਥਰ ਦਾ ਤੇ ਸੁਰੇਸ਼ ਦਾ ਹੈ, ਕਿ ਸੁਰੇਸ਼ ਦੇ ਨਾਲ ਪੱਥਰ ਨਹੀਂ ਜੁੜ ਸਕਦੇ। ਲੱਕੜੀ ਤੇ ਜੁੜ ਸਕਦੀ ਹੈ, ਹੋਰ ਚੀਜ਼ਾਂ ਤੇ ਜੁੜ ਸਕਦੀਆਂ ਨੇ, ਲੇਕਿਨ ਪੱਥਰ ਨਹੀਂ ਜੁੜ ਸਕਦੇ। ਇਸੇ ਤਰ੍ਹਾਂ ਅਸੀਂ ਵੀ ਦੁਨੀਆ ਦੇ ਨਾਲ ਜੁੜ ਨਹੀਂ ਸਕਦੇ। ਸਭਾ ਖਾਕ ਦਰ ਖਾਕ ਫਨਾ ਹੋਣਾ, ਵਾਰਿਸ ਸ਼ਾਹ ਫਿਰਤਨਾ ਕਲੇਸ਼ ਕਿਹਾ, ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਤਬਾਹ ਹੋ ਜਾਣਾ ਹੈ। ਤੇ ਵਾਰਿਸ ਸ਼ਾਹ ਫਿਰ ਇਹ ਕਲੇਸ਼ ਦਾ ਮਤਲਬ ਹੈ ਮੈਥਡ, ਇਹ ਕੋਈ ਮੈਥਡ ਤੇ ਨਹੀਂ ਹੈਗਾ। अच्छा ये कितना बन गया। अच्छा जी, सानू ना अकाओ रे भात खाने, खंडा क्रोध दा हमी ना सूचने हाँ, जेकर अपनी वाई पर आ जाइए, खुली झंड सिर ते असी भुगतने हाँ, घर महरां दे कास नूं असां जाना, सर महरियां दे असी मूतने हाँ, वारिशा मियाँ हेठ भाल भांबड़, उल्टे होए के रात नूं झूठने हाँ। सानू ना औकाओ रे भात खाने, भात खानियो, रोटी खानियो, तुसी सानू अकाओ नहीं, तंग ना करो। खंडा क्रोध दा हमी ना सूचने, खंडा का मतलब होता है तुहानू पता है गुस्सा, क्रोध का मतलब है दुश्मनी,
ਅਸੀਂ ਦੁਸ਼ਮਣੀ ਦਾ ਕੋਈ ਹਿੱਸਾ ਜਿਹੜਾ ਹੈ ਉਹਨੂੰ ਸੂਚਨੇ ਆ, ਉਹਨੂੰ ਠੀਕ ਨਹੀਂ ਕਰਦੇ ਜਾਂ ਉਹਨੂੰ ਅਸੀਂ ਮੰਨਦੇ ਨਹੀਂ ਆ। ਜੇਕਰ ਆਪਣੀ ਵਾਈ ਪਰ ਆ ਜਾਈਏ, ਵਾਈ ਮਤਲਬ ਆਪਣੀ ਮਰਜ਼ੀ ਦੇ ਉੱਤੇ ਆ ਜਾਈਏ, ਆਪਣੀ ਖਾਸ਼ ਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਈਏ, ਖੁੱਲੀ ਝੰਡ ਸਿਰ ਤੇ ਅਸੀਂ ਭੂਚਨੇ ਆ, ਤੇ ਫਿਰ ਅਸੀਂ ਭੂਚਨੇ ਵਾਂਗੂ ਵਾਲ ਖੁੱਲੇ ਜਿਹੜੇ ਫਿਰ ਅਸੀਂ ਉਹ ਭੂਤਾਂ ਵਾਂਗੂ ਫਿਰ ਅਸੀਂ ਪਾਉਂਦੇ ਆ। ਘਰ ਮਹਿਰਾਂ ਦੇ ਕਾਸ ਨੂੰ ਅਸੀਂ ਜਾਣਾ। ਅਸੀਂ ਮਹਿਰਾਂ ਦੇ ਘਰ ਕਾਹਦੇ ਲਈ ਜਾਈਏ? ਸਿਰ ਮਹਿਰੀਆਂ ਦੇ ਅਸੀਂ ਮੂਤਨੇ ਆ। ਅਸੀਂ ਜਿਹੜੀਆਂ ਮਹਿਰੀਆਂ ਨੇ ਉਹਨਾਂ ਦੇ ਸਿਰ ਤੇ ਮੂਤਨੇ ਆ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਵਾਰਿਸ ਸ਼ਾਹ ਮੀਆਂ ਹੇਠ ਬਾਲ ਭਾਂਬੜ ਮਤਲਬ ਅੱਗ ਦਾ ਅਲਾਵਾ ਜਿਹੜਾ ਹੈ, ਅਸੀਂ ਰਾਤ ਨੂੰ ਅੱਗ ਦਾ ਬਾਲਣ, ਅੱਗ ਦਾ ਭਾਂਬੜ ਲਾ ਕੇ ਥੱਲੇ, ਤੇ ਅਸੀਂ ਉਲਟੇ ਲਟਕ ਕੇ ਉਸ ਅੱਗ ਦੇ ਉੱਤੇ ਤੇ ਅਸੀਂ ਝੂਟੇ ਲੈਂਦੇ ਹਾਂ। ਅੱਛਾ ਜੀ, ਚਲੋ ਜੀ ਅੱਗੇ। ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ, ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ। ਤੈਨੂੰ ਛਿਦਿਆ ਕਿਵੇਂ ਹੈ ਜ਼ਾਲਮਾਂ ਨੇ, ਕਸ਼ਮੀਰ ਦੀਆਂ ਤੁਸੀਂ ਖੁਰਮਾਨੀਆਂ ਹੋ। ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ, ਗੁੱਸੇ ਨਾਲ ਪਸਾਰਦੇ ਆਨੀਆਂ ਹੋ। ਅਸਾਂ ਆਖਿਆ ਮਹਿਰ ਦੇ ਚਲੋ ਵੇੜੇ, ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ। ਅੱਛਾ ਜੀ, ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ, ਅਸੀਂ ਤੇ ਤੈਨੂੰ ਗੁਰੂ ਸਮਝ ਕੇ ਤੇ ਤੈਨੂੰ ਰਿਕੁਐਸਟ ਕੀਤੀ ਸੀ, ਬਾਲਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ। ਤੁਸੀਂ ਜਿਹੜਾ ਵੱਡਾ ਯੋਗੀ ਬਾਲਨਾਥ ਸੀ, ਤੁਸੀਂ ਉਹਦੀ ਨਿਸ਼ਾਨੀ ਹੋ। ਤੇ ਤੈਨੂੰ ਛਿਦਿਆ ਕਿਵੇਂ ਹੈ ਜ਼ਾਲਮਾਂ। ਛਿਦਣਾ ਤੁਹਾਨੂੰ ਪਤਾ ਉਰਦੂ ਚ ਵੀ ਵਰਤਿਆ ਜਾਂਦਾ ਹੈ, ਉਹ ਕਿਸੇ ਛੇਦਣਾ ਹੁੰਦਾ ਹੈ। ਛੇਦਣੇ ਦਾ ਮਤਲਬ ਕਿਸੇ ਚੀਜ਼ ਦੇ ਅੰਦਰ ਸੁਰਾਖ ਕਰਨਾ। ਤੈਨੂੰ ਛਿਦਿਆ ਕਿਵੇਂ ਹੈ ਜ਼ਾਲਮਾਂ ਨੇ, ਕਿਵੇਂ ਜ਼ਾਲਮਾਂ ਨੇ ਤੇਰੇ ਮਤਲਬ ਕੰਨਾਂ ਨੂੰ ਛੇਦਿਆ। ਕਸ਼ਮੀਰ ਦੀਆਂ ਤੁਸੀਂ ਕੁਰਬਾਨੀਆਂ ਹੋ। ਤੁਸੀਂ ਤੇ ਏਡੀ ਆਲਾ ਚੀਜ਼ ਹੋ ਜਿਵੇਂ ਕਸ਼ਮੀਰ ਦੀ ਕੁਰਬਾਨੀ ਹੁੰਦੀ ਹੈ। ਸਾਡੀ ਆਜ ਦੀ ਤੁਸੀਂ ਨਾ ਮੰਨਦੇ ਹੋ, ਤੇ ਸਾਡੀ ਰਿਕੁਐਸਟ ਵੀ ਤੁਸੀਂ ਨਹੀਂ ਕਬੂਲ ਕਰ ਰਹੇ। ਗੁੱਸੇ ਨਾਲ ਪਸਾਰਦੇ ਆਨੀਆਂ ਹੋ। ਆਨੀਆਂ ਜਿਹੜੀਆਂ ਅੱਖਾਂ, ਗੁੱਸੇ ਨਾਲ ਪਸਾਰਦੇ ਆਨੀਆਂ ਹੋ, ਤੇ ਤੁਸੀਂ ਗੁੱਸੇ ਨਾਲ ਅੱਖਾਂ ਪਸਾਰਦੇ ਹੋ, ਟੱਡਦੇ ਹੋ, ਖੋਲ ਲੈਂਦੇ ਹੋ ਗੁੱਸੇ ਦੇ ਨਾਲ। ਤੁਸੀਂ ਗੁੱਸੇ ਨਾਲ ਪਸਾਰਦੇ ਆਨੀਆਂ ਹੋ। ਇਹ ਤੁਹਾਨੂੰ, ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਆਨੀਆਂ ਦਾ ਮਤਲਬ ਆਉਂਦਾ ਸੀ ਅੱਖਾਂ ਦੇ ਤੌਰ ਤੇ, ਆਨੇ ਕੱਢ ਕੇ? ਜੀ ਇਸਤੇਮਾਲ ਤਾਂ ਕਰਦੇ ਅਸੀਂ ਆਨੇ, ਬੜੇ ਆਨੇ ਕੱਢ ਲੈਣਾ। ਆਹੋ ਆਏ ਹੋਈ ਹੈ। ਹੋਰ ਜੀ ਤੇਰੇ ਆਨੇ ਕੱਢ ਦਿਆਂਗਾ ਮੈਂ, ਉਸ ਤਰ੍ਹਾਂ ਅਸੀਂ ਕਰਦੇ। ਅੱਛਾ, ਹੋਰ ਕੋਈ? ਅੱਛਾ, ਇਹ ਤਾਂ ਮੈਂ ਤੁਹਾਨੂੰ ਸ਼ਾਇਦ ਦੱਸਿਆ ਨਹੀਂ, ਤੇ ਚਲੋ ਫਿਰ ਸੁਣ ਲਓ ਕਿ ਇਹ ਜਿਹੜਾ ਦੇਖਣ ਦਾ ਇੱਕ ਪੰਜਾਬੀ ਦੇ ਵਿੱਚ ਇੱਕ ਗੀਤ ਹੈ, ਨੀਲ ਕਰਾਈਆਂ ਨੀਲਕਾਂ ਮੇਰਾ ਪਿੰਡਾ ਨੀਲੋ ਨੀਲ। ਇਹ ਸਾਡੀ ਇੱਕ ਦੋਸਤ ਸੀਗੀ, ਆਪਣਾ ਨਸਰੀਨ ਅੰਜਮ ਭੱਟੀ, ਪਾਕਿਸਤਾਨ ਚ ਲਾਹੌਰ ਚ ਸਾਰੀ ਉਮਰ ਉਹਨੇ ਰੇਡੀਓ ਦੀ ਪ੍ਰੋਡਿਊਸਰ ਰਹੀ ਤੇ ਸ਼ਾਇਰਾ ਵੀ ਸੀ, ਪੋਇਟ ਸੀ। ਤੇ ਇਹ ਉਹਦੀ ਕਿਤਾਬ ਦਾ ਸਰਨਾਮਾ ਸੀਗਾ, ਨੀਲ ਕਰਾਈਆਂ ਨੀਲਕਾਂ। ਅੱਛਾ, ਉਹ ਜਦੋਂ ਮਰ ਗਈ ਤੇ ਮੈਂ ਪਰੇਸ਼ਾਨ ਹੋ ਗਿਆ ਕਿ ਨੀਲ ਕਰਾਈਆਂ ਨੀਲਕਾਂ ਦਾ ਮਤਲਬ ਕੀ ਹੈਗਾ। ਤੇ ਮੈਂ ਚਾਰੇ ਕੋਟ ਸਾਰੇ ਜਹਾਨ ਹਰ ਵੱਡੇ ਦਾਨਸ਼ਵਰ ਨੂੰ ਪੁੱਛਿਆ ਕਿ ਨੀਲ ਕਰਾਈਆਂ ਨੀਲਕਾਂ ਦਾ ਕੀ ਮਤਲਬ ਹੋਇਆ। ਨੀਲ ਕਰਾਈਆਂ ਨੀਲਕਾਂ ਮੇਰਾ ਪਿੰਡਾ ਨੀਲੋ ਨੀਲ। ਤੇ ਉਹ ਕੋਈ ਕਵੇ ਕਿ ਜੀ ਇਹ ਤੇ ਨੀਲੀ ਬਾਰ ਦਾ ਜ਼ਿਕਰ ਹੈ,
ਪੰਜਾਬ ਦੀ ਜਿਹੜੀ ਇੱਕ ਵਾਰ ਉਹਨੂੰ ਨੀਲੀ ਵਾਰ ਵੀ ਕਹਿੰਦੇ ਨੇ ਨਾ, ਇਹ ਨੀਲੀ ਵਾਰ ਦਾ ਜ਼ਿਕਰ ਹੈ। ਦੂਜਾ ਕਹੇ ਜੀ ਨੀਲੀ ਵਾਰ ਵਿੱਚ ਨੀਲ ਦਾ ਦਰਖਤ ਹੁੰਦਾ ਸੀ ਤੇ ਇਸ ਵਾਸਤੇ ਉਹਨੂੰ ਨੀਲੀ ਕਹਿੰਦੇ ਸਨ ਤੇ ਉਹ ਮਸ਼ਹੂਰ ਸੀ, ਤੇ ਇਹ ਉਹਦੇ ਨਾਲ ਇਹ ਜੁੜਿਆ ਹੈ। ਅੱਛਾ, ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਕਿ ਮੈਂ ਜਦੋਂ ਡਿਕਸ਼ਨਰੀ ਕੰਪੋਜ਼ ਕਰ ਰਿਹਾ ਸਾਂ ਪੰਜਾਬੀ ਤੇ ਸੰਥਾਲੀ ਦੀ ਕੰਪੈਰੀਟਿਵ ਡਿਕਸ਼ਨਰੀ, ਤੇ ਮੈਨੂੰ ਪਤਾ ਲੱਗਾ ਕਿ ਨੀਲ ਦਾ ਮਤਲਬ ਹੈਗਾ ਵੇਖਣਾ, ਦੀਦ ਕਰਨਾ ਕਿਸੇ ਚੀਜ਼। ਅੱਛਾ, ਨੀਲਕਾ ਦਾ ਮਤਲਬ ਹੈ ਮੇਲਾ। ਤੇ ਹੁਣ ਤੁਸੀਂ ਪੜੋ ਇਸ ਸ਼ੇਰ ਨੂੰ, ਨੀਲ ਕਰਾਈਆਂ ਨੀਲਕਾਂ, ਮਤਲਬ ਤੇਰੇ ਵੇਖਣ ਦੇ ਨਾਲ ਸਾਡਾ ਮੇਲਾ ਦਿਲ ਚ ਲੱਗ ਗਿਆ। ਤੇ ਮਤਲਬ ਹਾਂਜੀ, मैंने कहा वाह ब्यूटीफुल। हाँ बिल्कुल बिल्कुल, ਉਹਦੇ ਖੈਰ ਉਹ 5000 ਵਰਡ ਦੀ ਡਿਕਸ਼ਨਰੀ ਹੈ, ਅਜੇ ਤੋਂ ਸਿਰਫ ਐਮਾਜ਼ਨ ਤੋਂ ਹੀ ਮਿਲਦੀ ਹੈ, ਹੋਰ ਨਹੀਂ ਕਿਤੋਂ ਹੀ ਮਿਲਦੀ, ਕਿਉਂਕਿ ਲੇਕਿਨ ਉਹ ਜਿਹੜਾ ਇੱਕ ਗੀਤ ਵੀ ਹੈ ਨਾ ਜਿਹਦਾ ਕਿ ਮੈਂ ਨੀਲ ਕਰਾਈਆਂ ਨੀਲਕਾਂ ਮੇਰਾ ਤਨ ਮਨ ਨੀਲੋ ਨੀਲ, ਉਹਦੇ ਵਿੱਚ ਫਿਰ ਉਹਦੀ ਹੀ ਗੱਲ ਕਰ ਰਹੇ ਉਹ ਮੇਰਾ ਤਨ ਮਨ ਨੀਲੋ ਨੀਲ ਦਾ ਕੀ ਮਤਲਬ ਹੋਇਆ? ਮਤਲਬ ਇਹ ਹੈ ਕਿ ਮੇਰਾ ਪੂਰਾ ਜਿਸਮ ਤੇਰੀ ਦੀਦ ਬਣ ਗਿਆ। ਵਾਓ, ਠੀਕ ਹੈ, ਮਤਲਬ ਆਈ ਐਮ ਆਲ ਆਈਜ਼, ਆਈ ਐਮ ਆਲ ਆਈਜ਼। ਕਿਉਂਕਿ ਇਸੇ ਵਾਸਤੇ ਇਹ ਬਹੁਤ ਜ਼ਬਰਦਸਤ ਸ਼ੇਰ ਹੈ, ਨੀਲ ਕਰਾਈਆਂ ਨੀਲਕਾਂ ਮੇਰਾ ਪਿੰਡਾ ਨੀਲੋ ਨੀਲ। ਖੈਰ ਆਪਣਾ ਚਲੋ ਅੱਗੇ ਚੱਲਨੇ ਆ। ਸਭੇ ਸੁਣਦੀਆਂ ਤ੍ਰਿੰਜਣੀ ਸ਼ਾਹ ਭਰੀਆਂ, ਜਿਵੇਂ ਤਰਕਸ਼ਾਂ ਦੀਆਂ ਤੁਸੀਂ ਕਾਨੀਆਂ ਹੋ, ਚੱਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ, ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ, ਤੁਸਾਂ ਸ਼ੇਖ ਸਾਧੀ ਨਾਲ ਮਕਰ ਕੀਤਾ, ਤੂੰ ਬੜੇ ਸ਼ਰੂਰ ਦੀਆਂ ਬਾਨੀਆਂ ਹੋ, ਅਸੀਂ ਕਿਸੇ ਪਰਦੇਸ ਦੇ ਫਕਰ ਆਏ, ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ, ਜਾਓ ਵਾਸਤੇ ਰੱਬ ਦੇ ਖਿਆਲ ਛੱਡੋ, ਸਾਡੇ ਹਾਲ ਥੀ ਤੁਸੀਂ ਬੇਗਾਨੀਆਂ ਹੋ, ਵਾਰਿਸ ਸ਼ਾਹ ਫਕੀਰ ਦੀਵਾਨੜੇ ਨੇ, ਤੁਸੀਂ ਦਾਨੀਆਂ ਅਤੇ ਪ੍ਰਧਾਨੀਆਂ ਹੋ। ਇਹ ਹੁਣ ਜਿਹੜਾ ਰਾਂਝਾ ਹੈ ਉਹ ਉਹਨਾਂ ਕੁੜੀਆਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਤ੍ਰਿੰਜਣਾ ਦੇ ਵਿੱਚ ਸ਼ਾਹ ਪਰੀਆਂ, ਯਾਨੀ ਪਰੀਆਂ ਦੀਆਂ ਵੀ ਜਿਹੜੀਆਂ ਸ਼ਹਜ਼ਾਦੀਆਂ ਨੇ ਉਹਨਾਂ ਵਗਰੀਆਂ ਹੋ ਤੇ ਉੱਥੇ ਬੜੀਆਂ ਸੋਹਣੀਆਂ ਲੱਗਦੀਆਂ ਹੋ, ਜਿਵੇਂ ਤਰਕਸ਼ਾਂ ਦੀਆਂ ਤੁਸੀਂ ਤਰਕਸ਼ ਹੁੰਦਾ ਜਿਹੜਾ ਜਿਹਦੇ ਨਾਲ ਤੀਰ ਚਲਾਇਆ ਜਾਂਦਾ, ਤੇ ਕਾਨੀ ਦਾ ਮਤਲਬ ਹੈਗਾ ਤੀਰ, ਜਿਹੜਾ ਤੀਰ ਉਸ ਚਲਾਇਆ ਜਾਂਦਾ ਹੈ, ਜਿਵੇਂ ਤਰਕਸ਼ਾਂ ਦੀਆਂ ਤੁਸੀਂ ਕਾਨੀਆਂ ਹੋ, ਚੱਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ, ਤੁਸੀਂ ਤੇ ਫਰਿਸ਼ਤਿਆਂ ਨੂੰ ਵੀ ਉਂਗਲ ਕਰ ਦਿੰਦੀਆਂ, ਅੰਗੁਸ਼ਤ ਕਰਨਾ ਹੋਵੇ ਨਾ ਉਂਗਲ ਕਰ ਦੇਣਾ, ਤੁਸੀਂ ਤੇ ਜਿਹੜੇ ਰੱਬ ਦੇ ਫਰਿਸ਼ਤੇ ਨੇ ਐਂਜਲਸ ਨੇ, ਤੁਸੀਂ ਤੇ ਉਹਨਾਂ ਨੂੰ ਵੀ ਉਂਗਲ ਕਰ ਦਿੰਦੀਆਂ ਹੋ, ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ, ਤੇ ਤੁਸੀਂ ਜਿਹੜੀਆਂ ਸ਼ੈਤਾਨ ਜਿਹੜਾ ਸਭ ਤੋਂ ਭੈੜਾ ਇਸ ਦੁਨੀਆ 'ਚ ਰੱਬ ਨੇ ਪੈਦਾ ਕੀਤਾ, ਉਸ ਨਾਲੋਂ ਵੀ ਤੁਸੀਂ ਉਹਦੀਆਂ ਵੀ ਨਾਨੀਆਂ, ਮਤਲਬ ਉਹਦੇ ਤੋਂ ਵੀ ਅੱਗੇ ਹੋ, ਤੁਸਾਂ ਸ਼ੇਖ ਸਾਧੀ ਨਾਲ ਮਕਰ ਕੀਤਾ, ਤੁਸੀਂ ਸ਼ੇਖ ਸਾਧੀ ਨਾਲ, ਉਹ ਵੀ ਇੱਕ ਕਹਾਣੀ ਹੈਗੀ ਹੈ, ਸ਼ੇਖ ਸਾਧੀ ਜਿਹੜਾ ਹੈ ਉਹ ਫਾਰਸੀ ਦਾ ਸ਼ਾਇਰ ਹੈ, ਵੱਡਾ ਸ਼ਾਇਰ ਹੈ, ਤੇ ਉਹਦੀਆਂ ਹਕਾਇਤਾਂ ਜਿਹੜੀਆਂ ਨੇ ਸ਼ੇਖ ਸਾਧੀ ਦੀਆਂ ਉਹ ਬਹੁਤ ਮਸ਼ਹੂਰ ਨੇ, ਅਸੀਂ ਵੀ BA ਵਿੱਚ ਪੜ੍ਹੀਆਂ ਹਾਂ। ਤੁਸਾਂ ਸ਼ੇਖ ਸਾਧੀ ਨਾਲ ਮਕਰ ਕੀਤਾ, ਤੁਸੀਂ ਵੱਡੇ ਸ਼ਰੂਰ ਦੀਆਂ ਬਾਨੀਆਂ, ਸ਼ਰੂਰ ਦਾ ਮਤਲਬ ਫਸਾਦ, ਤੁਸੀਂ ਵੱਡੇ ਫਸਾਦ ਦੀਆਂ ਬਾਨੀਆਂ ਹੋ, ਬਣਾਉਣ ਵਾਲੀਆਂ ਹੋ, ਮੁੱਢ ਹੋ, ਤੁਸੀਂ ਵੱਡੇ ਫਸਾਦ ਜਿਹੜੇ ਹੁੰਦੇ ਨੇ ਉਹਨਾਂ ਦੀਆਂ ਮੁੱਢ ਬਣਾਉਂਦੀਆਂ ਹੋ, ਅਸੀਂ ਕਿਸੇ ਪ੍ਰਦੇਸ ਦੇ ਫਕਰ ਆਏ, ਅਸੀਂ ਤੇ ਕਿਸੇ ਇਲਾਕੇ ਤੋਂ ਕੀ ਹੋ ਕੇ ਆਏ ਆ,
ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ, ਤੁਸੀਂ ਸ਼ਰੀਕੇ ਵਾਲੀਆਂ ਹੋ। ਤੇ ਤੁਹਾਨੂੰ ਪਤਾ ਹੀ ਹੈ ਸ਼ਰੀਕਾ ਹੁੰਦਾ ਹੈ ਜਿਹੜੇ ਤੁਹਾਡੇ ਟੱਬਰ ਦੇ ਐਕਸਟੈਂਡਡ ਫੈਮਿਲੀ ਦੇ ਜਿਹੜੇ ਲੋਕ ਹੁੰਦੇ ਨੇ, ਤੁਹਾਡੇ ਭਰਾ ਭਤੀਜੇ, ਇਹ ਸਾਰੇ ਜਿਹੜੇ ਨੇ ਇਹ ਤੁਹਾਡੇ ਸ਼ਰੀਕ ਹੁੰਦੇ ਨੇ, ਤੇ ਤੁਸੀਂ ਤੇ ਉਹਨਾਂ ਦੀ ਬਰਾਬਰੀ ਕਰਦੀਆਂ ਹੋ। ਮਤਲਬ ਆਮ ਤੌਰ ਤੇ ਸ਼ਰੀਕ ਜਿਹੜਾ ਨਾ ਉਹਦੀ ਇੱਕ ਤੇ ਆ ਕਿ ਸ਼ਰੀਕ ਜਿਹੜਾ ਹੁੰਦਾ ਹੈ ਉਹ ਤੁਹਾਡੇ ਐਕਸਟੈਂਡਡ ਟੱਬਰ ਦਾ ਹਿੱਸਾ ਹੁੰਦਾ ਹੈ। ਮੇਰਾ ਆਪਣਾ ਲਫ਼ਜ਼ ਇਹ ਹੈ, ਮੇਰਾ ਆਪਣਾ ਖਿਆਲ ਇਹ ਹੈਗਾ ਕਿ ਜਿਹੜਾ ਸ਼ਰੀਕ ਦਾ ਲਫ਼ਜ਼ ਹੈ ਇਹ ਆਇਆ ਹੈ ਕਿ ਜਦੋਂ ਪ੍ਰਾਪਰਟੀ ਸਾਂਝੀ ਹੁੰਦੀ ਸੀ, ਅਜੇ ਯਾਨੀ ਇੰਡੀਵਿਜੂਅਲ ਪ੍ਰਾਪਰਟੀ ਨਹੀਂ ਸ਼ੁਰੂ ਹੋਈ ਸੀ, ਤੇ ਉਹਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਹੁੰਦੇ ਸਨ ਕਬੀਲੇ ਦੇ, ਉਹ ਸਾਰੇ ਇੱਕ ਦੂਜੇ ਦੇ ਸ਼ਰੀਕ ਹੁੰਦੇ ਸਨ, ਯਾਨੀ ਉਹ ਸ਼ੇਅਰ ਕਰਦੇ ਸਨ। ਕਿਉਂਕਿ ਵੈਸੇ ਤੇ ਸ਼ਰੀਕ ਦਾ ਮਤਲਬ ਹੈਗਾ ਸ਼ੇਅਰ ਕਰਨ ਵਾਲਾ। ਤੇ डॉक्टर साहब ये जो लफ्ज शरीक है ये अक्सर नेगेटिव माने च इस्तेमाल किया जाता है कि भाई वो शरीक सारे शरीकने ने वो की कहणगे, थोड़ा जिहा इस तरीके नाल हो गया ना वो, बल्कि वो ਤੁਹਾਨੂੰ ਹੋਰ ਦਿਲਚਸਪ ਮੁਹਾਵਰਾ ਪੰਜਾਬੀ ਦਾ ਸੁਣਾਉਣਾ ਹੈ। ਉਹ ਇਹ ਹੈਗਾ ਕਿ ਜੇ ਸ਼ਰੀਕ ਦਾ ਮੂੰਹ ਲਾਲ ਹੋਵੇ ਤੇ ਆਪਣਾ ਚਪੇੜਾ ਮਾਰ ਕੇ ਕਰ ਲੈਣਾ ਚਾਹੀਦਾ। ਹਾਂਜੀ, ਉਹ ਇੱਕ ਮੁਕਾਬਲਾ ਜਿਹਾ ਸਭ ਦੇ ਵਿੱਚ ਰਹਿੰਦਾ ਨਾ। ਉਹ ਮੇਰੇ ਖਿਆਲ ਸੇ ਜਿਹੜੀ ਤੁਸੀਂ ਗੱਲ ਦੱਸੀ ਉਹੀ ਇੱਕ ਲੈਜੀਟੀਮੇਟ ਰੀਜ਼ਨ ਨਜ਼ਰ ਆਉਂਦੀ ਹੈ ਕਿ ਉਹ ਕਾਮਨ ਇੱਕ ਸ਼ੇਅਰਡ ਪ੍ਰਾਪਰਟੀ ਦੇ ਸਾਰੇ ਸ਼ੇਅਰ ਹੋਲਡਰ ਸਨ, ਤੇ ਉਹ ਇਸ ਲਈ ਹਰ ਕਿਸੇ ਦੇ ਉਹ ਮਫਾਦਾਤ ਦੀ ਇੱਕ ਜੰਗ ਰਹਿੰਦੀ ਸੀ ਨਾ, ਕਿ ਉਹ ਮਤਲਬ ਹਰ ਬੰਦੇ ਨੂੰ ਆਪਣੇ ਮਫਾਦਾਤ ਦੀ ਫਿਕਰ ਹੁੰਦੀ ਸੀ, ਤੇ ਇਸ ਲਈ ਵੀ ਸ਼ਾਇਦ ਇੱਕ ਫਿਰ ਇਹ ਵੀ ਹੈ ਨਾ ਕਿ ਹੁਣ ਜਦੋਂ ਫਰਜ਼ ਕਰੋ ਕਿਸੇ ਬਾਹਰ ਵਾਲੇ ਨਾਲ ਜੰਗ ਹੋ ਜਾਏ ਤੁਹਾਡੀ, ਤੇ ਤੁਹਾਡੇ ਸ਼ਰੀਕ ਹੀ ਤੁਹਾਡੇ ਨਾਲ ਰਲ ਕੇ ਉਹਦੇ ਨਾਲ ਲੜਾਈ ਕਰਦੇ ਨੇ। ਬੇਸ਼ੱਕ, ਬਿਲਕੁਲ ਬਿਲਕੁਲ ਜੈਲਸੀ ਵੀ ਉਹਨਾਂ ਦੇ ਨਾਲ ਹੀ ਹੈ, ਮੁਕਾਬਲਾ ਉਹ ਜੈਲਸੀ ਨਾਲ ਹੀ ਹੈ। ਵੈਸੇ ਸਰ ਮੈਨੂੰ ਲੱਗਦਾ ਕਿ ਇਹ ਸਾਰੇ ਰੰਗ ਵੀ ਖੂਬਸੂਰਤ ਹੀ ਨੇ। ਮਤਲਬ ਇਹ ਜਿਹੜੀ ਕੁਛ ਜੈਲਸੀ, ਕੁਛ ਉਹ ਜਿਹੜੀ ਇੱਕ ਦੂਸਰੇ ਨਾਲ ਲੱਗਦੀ ਵੀ ਹੈ, ਲੇਕਿਨ ਜਦੋਂ ਕਈ ਮੌਕੇ ਆਉਂਦੇ ਜਦੋਂ ਸਭ ਇਕੱਠੇ ਵੀ ਹੁੰਦੇ, ਤੇ ਇਹ ਸਾਰੇ ਮੇਰਾ ਖਿਆਲ ਹੈ ਜ਼ਿੰਦਗੀ ਦੇ ਬੜੇ ਖੂਬਸੂਰਤ ਰੰਗ ਨਹੀਂ ਨੇ ਕਿ ਉਹ ਬੁਰਾਈਆਂ ਵੀ ਅੱਛਾਈਆਂ ਵੀ। ਆਹੋ, ਮਤਲਬ ਅਸਲ ਦੁਨੀਆ ਤੇ ਇੰਝ ਹੀ ਹੈ ਨਾ। ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ, ਜਾਓ ਵਾਸਤੇ ਰੱਬ ਦੇ ਖਿਆਲ ਛੱਡੋ, ਸਾਡੇ ਹਾਲ ਥੀ ਤੁਸੀਂ ਬੇਗਾਨੀਆਂ ਹੋ। ਜਾਓ ਮੇਰਾ ਖਿਆਲ ਛੱਡੋ, ਮੇਰਾ ਹਾਲ ਤੁਸੀਂ ਬੇਗਾਨੀਆਂ ਹੋ, ਅਣਜਾਣ ਹੋ, ਮੇਰੇ ਹਾਲ ਨੂੰ ਨਹੀਂ ਤੁਸੀਂ ਜਾਣਦੀਆਂ। ਵਾਰਿਸ ਸ਼ਾਹ ਫਕੀਰ ਦੀਵਾਨੜੇ ਨੇ, ਵਾਰਿਸ ਸ਼ਾਹ ਫਕੀਰ ਜਿਹੜੇ ਉਹ ਤਾਂ ਵਿਚਾਰੇ ਦੀਵਾਨੇ ਹੁੰਦੇ ਨੇ। ਤੁਸੀਂ ਦਾਨੀਆਂ ਅਤੇ ਪ੍ਰਧਾਨੀਆਂ ਹੋ। ਤੁਸੀਂ ਦਾਨਾ ਦਾ ਮਤਲਬ ਹੁੰਦਾ ਹੈ ਅਕਲਮੰਦ, ਤੇ ਪ੍ਰਧਾਨੀਆਂ ਮਤਲਬ ਬੜੀਆਂ ਚੁਜ਼ਰਾਟੀਆਂ ਵਾਲੀਆਂ ਹੋ। ਤੁਸੀਂ ਤੇ ਬਹੁਤ ਅਕਲਮੰਦ ਤੇ ਬੜੀਆਂ ਉੱਚੀ ਹਸਤੀ ਵਾਲੀਆਂ ਹੋ, ਤੇ ਮੈਂ ਤੇ ਇੱਕ ਫਕੀਰ ਹਾਂ, ਤੇ ਮੈਂ ਤੇ ਇੱਕ ਦੀਵਾਨਾ ਜਿਹਾ ਬੰਦਾ ਹੈ। ਹਾਂਜੀ, ਇਹਨੂੰ ਪੜ੍ਹ ਲਓ ਹੁਣ ਤੁਸੀਂ। ਇਹ ਜਿੰਨੇ ਵੀ ਬੰਦ ਹੋਏ ਨੇ ਨਾ, ਇਹ ਪੜ੍ਹੋ। ਕਿੱਥੋਂ ਖਤਮ ਹੋਏ ਸੀ? ਹਾਂਜੀ ਸਰ 315 ਤੋਂ ਸ਼ੁਰੂ ਕੀਤਾ ਸੀ। 315 ਤੋਂ ਹੁਣ ਸ਼ੁਰੂ ਹੋਣਾ ਹੈ। ਜੀ ਜੀ, ਹਾਂਜੀ ਹਾਂਜੀ, ਪੜ੍ਹੋ ਫਿਰ ਤੁਸੀਂ। ਅਬਦੁਲ ਰਹਿਮਾਨ ਜੀ ਤੁਸੀਂ ਸ਼ੁਰੂ ਕਰ ਦਿਓ। ਸਈਆਂ ਵੇਖੋ ਤੋ ਮਸਤ ਅਲਸਤ ਜੋਗੀ, ਜਿੰਦਾ ਰੱਬ ਦੇ ਨਾਲ ਧਿਆਨ ਹੈ ਨੀ। ਇਹਨਾਂ ਹੋਰਾਂ ਨੂੰ ਆਸਰਾ ਰੱਬ ਦਾ ਹੈ, ਘਰ ਬਾਰ ਨਾ ਤਾਨ ਨਾ ਮਾਨ ਹੈ ਨੀ। ਸੋਨੇ ਵਿੰਨੜੀ ਦਈ ਨੂੰ ਖੇ ਕਰਕੇ, ਰਲਨ ਖਾਕ ਵਿੱਚ ਫਕਰ ਦੀ ਬਾਨ ਹੈ ਨੀ। ਸੋਨਾ
रुलन खाक विच फकर दी बान है नी, सोना फुल गुलाब मशूक निढा, राजपुत्र सुगड़ सुबहान है नी। नहीं सुजान अच्छा सॉरी सुजान, ठीक है। सोना फुल गुलाब मशूक निढा, राजपुत्र सुगड़ सजान है नी, जिन्ना भंग पीती सवाल तुआ लाए बैठे, इन्ना मावां नू कही कान है नी, जिवें ना इन्ना मानुआ नू, इन्ना मानुआ नू कही कान है नी, जिवें असी मुटियारियां रंग भरियां, तुमी ए भी साडड़ा ओके, तुमी ए भी साडड़ा खान है नी, आओ पुछिए केड़े देश दा है, ते इस दा कौन मकान है नी। तो जी विकल्प जी अगला तुसी पढ़ो। सुनी जोगिया गबरुआ छैल बांके, नैना खिबियां मस्त दीवानियां वे, कन्नी मुंदरा खपरी नाद सिंजी, गल सेलियां ते हत्थ गानियां वे, विचों नैन हसन हाँ जी सर ठीक है, हत्थ गानियां वे, ठीक है गानियां वे, विचों नैन हसन होठ भेत दसन, अखी मीटदा नाल बहानियां वे, किस मुनियो कन किस पाड़ियो नी, तेरा वतन है कौन दीवानिया वे, कौन जात है कास्तों जोग लीतो, सच्चो सच ही दस मस्तानिया वे, ऐस उम्र की वायदे पै तैनू क्यों पौना है देश बेगानिया वे, किसी रन भाभी बोली मारियाई, हिक साड़िया सू नाल तानिया वे, विच त्रिंजणा पर तानिया दे विच त्रिंजणा पवे विचार तेरी, होवे जिक्र तेरा चक्की हानिया वे, बीबा 10 शताब हो जियो जानदा, असी धुप दे नाल मर जानिया वे, कन मिंता मुठियां भरन लगियां, असी पुछ के ही टुर जानिया वे, वारिस शाह गुमान ना पवी मियां, अवे हीर दियां माल खजानियां, आवे हीर दियां माल खजानियां, अच्छा आवे हीर दियां माल खजानियां वे। हाँ जी, चलो जी अगला कौन पढ़ेगा? सर मैं पढ़ देना। हाँ पढ़ो। रांझा आखदा ख्याल ना पवो मेरे, सप शी फकीर दा देस किहा, पूंजा वांग ममूलियां देश छड्डे, असां जात शफात ते पेस किहा, वतन दमा दे नाल ते जात जोगी, सानू साग कबीलड़ा खेस किहा, जिहड़ा वतन ते जात नाल ध्यान रखे, दुनियादार है वो दरवेश किहा, दुनिया नाल पैमदा असां किहा, पत्थर दुनिया नाल पवंद है असां किहा, पत्थर जोड़ना नाल सुरेश किहा, सब्बां खाक दर खाक फना होना, वारिस शाह फिर तिन्हां नू ऐश किहा। सर तुसी वैसे कुछ होर बोलिया सी, इत्थे गलत लिखिया, वारिस शाह फिर तिन्हां नू ऐश किहा। हाँ चलो ठीक है अपना, चलो जी अगे अगे कौन पढ़ेगा? फरूक साहब तुसी पढ़ दो। ठीक है जी। सानू ना अकाओ रे फात खानी, खंडा क्रोध का हमी ना सोतने, जेकर अपनी वाइफ पर आ जाइए, जेकर अपनी वाइफ पर आ जाइए, खुली झंड सिर ते असी भोतने, घर मेहरां ते कास नू असी जाना, सिर मेहरियां दे असी मुदने, वारिस शाह मियां हेठ बाल भांबड़, उल्टे होई के रात नू झूठने। हाँ जी चलो जी प्रभजोत जी। असां अर्ज कीता तैनू गुरु करके, बाल नाथ दियां तुसी निशानियां हो, तन छेदिया है जिवें जालमा ने, कश्मीर दियां तुसी कुरबानियां हो, साडी आरजी तुसी ना मनदे हो, गुस्से नाल पसार दे आनियां हो, असां आखिया महर दे चलो वेड़े, तुसा नहीं करदे मेहरबानियां हो, सबे सोहंदियां त्रिंजनी शाह परियां,
ਜਿਵੇਂ ਤਕਸ਼ਰਾਂ ਦੀਆਂ ਇਹ ਬਸ ਉੱਥੇ ਖਤਮ ਕਰ ਦਿਓ। ਇਹ ਤਾਂ ਸਾਰਾ ਜੀ ਤੁਸੀਂ ਪੜੋ ਇਥੋਂ। ਸਭੇ ਸੋਹਣੀਆਂ ਤਰੰਜਣੀ ਸ਼ਾਹ ਪੜ ਪਈਆਂ ਜੀ। ਸਭੇ ਸੋਹਣੀਆਂ ਤਰੰਜਣੀ ਸ਼ਾਹ ਪਰੀਆਂ, ਜਿਵੇਂ ਤਰਕਸ਼ਾਂ ਦੀਆਂ ਤੁਸੀਂ ਕਾਨੀਆਂ ਹੋ। ਚਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ ਤੁਸੀਂ ਅਸਲ ਅੰਗੁਸ਼ਤ ਹੈ ਨਾ, ਇਹ ਅੰਗੁਸ਼ਤ ਜਿਹੜਾ ਹੈ ਫਾਰਸੀ ਦਾ ਲਫ਼ਜ਼ ਹੈ, ਇਹਦਾ ਮਤਲਬ ਹੁੰਦਾ ਉਂਗਲੀ। ਜੀ। ਚਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ। ਤੁਸਾਂ ਸ਼ੇਖ ਸਾਦੀ ਨਾਲ ਮਕਰ ਕੀਤਾ, ਤੁਸੀਂ ਬੁੱਢੀਆਂ ਸ਼ਰੀਰ ਦੀਆਂ ਬਾਨੀਆਂ ਹੋ। ਅਸੀਂ ਕਿਸੇ ਪਰਦੇਸ ਤੇ ਫਕਰ ਆਏ, ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ। ਜਾਓ ਵਾਸਤੇ ਰੱਬ ਦੇ ਖਿਆਲ ਛੱਡੋ, ਸਾਡੇ ਹਾਲ ਥੀ ਤੁਸੀਂ ਬੇਗਾਨੀਆਂ ਹੋ। ਵਾਰਿਸ ਸ਼ਾਹ ਫਕੀਰ ਦੀਵਾਨੜੇ ਦੀ ਤੁਸੀਂ ਦਾਨੀਆਂ ਅਤੇ ਬਰਦਾਰੀਆਂ ਹੋ। ਬਿਲਕੁਲ ਬਿਲਕੁਲ। ਲਓ ਜੀ, ਅੱਜ ਇੱਥੇ ਅਸੀਂ ਖਤਮ ਕਰਨੇ ਆ। ਤੇ ਇਹ ਹੈ ਕਿ ਜਿਹੜੀ ਨੈਕਸਟ ਮੀਟਿੰਗ ਨੈਕਸਟ ਵੈਨਸਡੇ ਹੋਏਗੀ, ਉਹ ਇਸ ਸਮੈਸਟਰ ਦੀ ਆਖਰੀ ਮੀਟਿੰਗ ਹੋਏਗੀ। ਤੇ ਸਾਰੇ ਆ ਜਾਣਾ ਤੇ ਫਿਰ ਅਸੀਂ ਇਹਨੂੰ ਅਗਲੀ ਵਾਰੀ ਇਹਨੂੰ ਖਤਮ ਕਰ ਦਿਆਂਗੇ। ਤੇ ਫਿਰ ਮੇਰਾ ਖਿਆਲ ਹੈ ਕਿ ਇੱਕ ਹਫ਼ਤੇ ਦਾ ਵਿੱਚੋਂ ਛੱਡਾਂਗੇ ਤੇ ਇੱਕ ਹਫ਼ਤੇ ਤੋਂ ਬਾਅਦ ਫਿਰ ਅਗਲਾ ਸਮੈਸਟਰ ਸ਼ੁਰੂ ਕਰਾਂਗੇ। ਠੀਕ ਹੈ ਜੀ? ਜੀ ਸਰ। ਓਕੇ, ਬਾਏ ਬਾਏ। ਥੈਂਕ ਯੂ।